पंजाब के राजपाल भी चाहते हैं नशा मुक्त। मैं ना एक बार उन्होंने प्रेस कॉन्फ्रेंस सवाल किया सी सरकार तुहाडे सज्जे मैं क्या चीफ सैकटरी साहब बैठे हैं, खब्बे DGP साहब बैठे हैं, तुसी चाहते हो भी नशा मुक जे, CM साहब चाहते हैं नशा मुक जे, ते की नशे के सौदागर इन्हां तो भी ज़्यादा ताकतवर है? बिल्कुल तुहाडी गल ठीक है। नशे के सौदागर बहुत ही ज़्यादा ताकतवर है क्योंकि इन्हों का नैक्सस आ पॉलीटिशियन, पुलिस ते नशा तस्कर ते गैंगस्टर, जिनके तक ये नहीं टुटू कोई भी चीज़ मुक नहीं सकती। लीडर ने इस करके दो बंदियां नूं गोली मार दी कि उन्हें उन्होंने वोट नहीं पाई सी। वो कहता मैनू वोट पाओ, बंदा आम कह ही दिंदा ना जी फोन ते अजकल तो लोग सियाणे हो गए, ਜਿਹੜਾ ਆਉਂਦਾ ਉਹਨੂੰ ਸਭ ਨੂੰ ਕਹੀ ਜਾਂਦੇ ਹਾਂ ਤੁਹਾਨੂੰ ਵੋਟ ਪਾਵਾਂਗੇ, ਉਹ ਵਿਚਾਰੇ ਕੀ ਕਰਨ, ਫਿਰ ਮੁੜ ਕੇ ਗੋਲੀ ਥੋੜੀ ਖਾਣੀ ਕਿ ਪਹਿਲਾਂ ਹੀ ਸੋਚ ਸਮਝ ਕੇ ਲੈਣਾ ਚਾਹੀਦਾ ਵੀ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਤੁਸੀਂ ਕਿਉਂ ਕਰਦੇ ਹੋ। 26 ਪਾਰਟੀਆਂ ਜਿਹੜੀਆਂ INDIA ਇਹਨਾਂ ਦਾ ਏਜੰਡਾ ਕੀ ਹੈ? ਇਹਨਾਂ ਦਾ ਇੱਕੋ ਹੀ ਇੱਕ ਏਜੰਡਾ ਤੇ ਨਹੀਂ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖੋ ਇਹਨਾਂ ਦਾ ਇੱਕੋ ਹੈਗਾ ਕਿ BJP ਰਾਣੀ ਤੇ BJP ਗਠਬੰਧਨ ਦਾ ਇੱਕੋ ਹੈਗਾ ਕਿ ਅਸੀਂ ਦੁਬਾਰਾ ਸਰਕਾਰ 'ਚ ਆਉਣਾ। ਕੋਈ ਲੋਕਾਂ ਦੀ ਡਿਵੈਲਪਮੈਂਟ ਕਿਸੇ ਦਾ ਕੋਈ ਮੁੱਦਾ ਨਹੀਂ ਹੈਗਾ। ਹੁਣ BJP ਦੇਖੋ ਰੋੜੀਆਂ ਕਿੰਨੀਆਂ ਸ਼ੁਰੂ ਕਰਤੀਆਂ। ਈਡੀ ਨੇ ਕਹਿੰਦੀ ਮਨੀ ਲਾਂਡਰਿੰਗ ਦੇ ਮਾਮਲੇ 'ਚ ਜੈਟ 에ਅਰਵੇਜ਼ ਦਾ ਫੰਡ ਹੈ, ਥੋੜੇ ਬਹੁਤੇ ਪੈਸੇ ਨਹੀਂ ਖਾਤੇ ਲੈ ਕੇ ਭੱਜਿਆ ਕਹਿੰਦੇ 538 ਕਰੋੜ ਰੁਪਇਆ ਬਸ। ਬੈਂਕ ਨੇ ਜੈਟ 에ਅਰਵੇਜ਼ ਇੰਡੀਆ ਲਿਮਟਿਡ ਨੂੰ 848.86 ਕਰੋੜ ਰੁਪਏ ਦਾ ਕ੍ਰੈਡਿਟ ਲਿਮਟ ਤੇ ਲੋਨ ਮਨਜ਼ੂਰ ਕੀਤਾ ਸੀ ਤੇ ਜਿਹਦੇ ਵਿੱਚੋਂ 538.62 ਕਰੋੜ ਰੁਪਏ ਇਹਨਾਂ ਵਾਸਤੇ इलेक्शन आ गए, मान लो इलेक्शन बाउंस हो गए, कोड ऑफ कंडक्ट लग गया, रैलियां शुरू हो गई। इधर पासे बैठने अरविंद केजरीवाल साहब, इधर बैठे पासे बैठने मान साहब, नाल बाजवा साहब, राजा वड़िंग साहब, भारत भूषण आशू साहब, और भी कई ਜਿਹੜੇ ਜਿਨ੍ਹਾਂ ਤੇ ਵਿਚਾਰੇ ਸਾਧੂ ਸਿੰਘ ਧਰਮਸੋਤ ਸਾਹਿਬ और ਜਿਹੜੇ ਫੜਨ ਵਾਲੇ ਵੀ होते ਤੇ ਜਿਹੜੇ ਫੜਿਆ ਵੀ होते ਤੇ यार ए BJP को हरा दो, ये भ्रष्टाचारी हैं। ਤੇ ਜਿਹੜਾ ਭ੍ਰਿਸ਼ਟਾਚਾਰੀ ਨਾਲ ਭਾਇਆ ਜਿਹਨੂੰ ਤੁਸੀਂ ਫੜਿਆ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ 'ਚ ਤੁਹਾਡਾ ਸਵਾਗਤ ਹੈ। ਮੇਰਾ ਭਾਰਤ ਮਾਨ, ਜਿੱਥੇ 2 ਵੋਟਾਂ ਲਈ 2 ਬੰਦਿਆਂ ਦੀ ਜਾਨ ਲੈ ਲਈ ਜਾਂਦੀ ਹੈ। ਇਹ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਕਿ ਕਿਸ ਤਰ੍ਹਾਂ 2 ਬੰਦੇ MLA ਦੇ ਕਹਿਣ ਤੇ ਵੋਟ ਨਹੀਂ ਪਾਉਂਦੇ, ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਤੇ ਹੁਣ ਸੁਪਰੀਮ ਕੋਰਟ ਦਾ ਫੈਸਲਾ 28 ਸਾਲ ਬਾਅਦ ਆਇਆ। ਨਸ਼ਾ ਖਤਮ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ। ਸਾਰੀਆਂ ਰਾਜਨੀਤਿਕ ਪਾਰਟੀਆਂ, ਸਾਰੇ ਲੀਡਰ, ਸਾਰੇ ਅਫਸਰ, ਭਾਵੇਂ ਪੁਲਿਸ, ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਇਹ ਚਾਹੁੰਦੇ ਨੇ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਵੇ, ਪਰ ਨਸ਼ਾ ਐਸਾ ਨਾਸੂਰ ਬਣ ਚੁੱਕਿਆ ਹੈ, ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ। 2 ਸਰਕਾਰਾਂ ਬਦਲ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਤਾਂ ਕੀਤਾ ਸੀ ਕਿ ਸਰਕਾਰ ਬਣਨ ਤੋਂ ਕੁਝ ਮਹੀਨਿਆਂ ਬਾਅਦ ਹੀ ਨਸ਼ਾ ਮੁੱਕ ਜਾਏਗਾ, ਪਰ ਇਹ ਮੁੱਕ ਨਹੀਂ ਰਿਹਾ। ਆਖਿਰਕਾਰ ਉਹੀ ਲੋਕ ਜਿਹੜੇ ਫੜੇ ਜਾਂਦੇ ਨੇ ਬਾਰ-ਬਾਰ ਜ਼ਮਾਨਤਾਂ ਤੇ ਬਾਹਰ ਆਉਂਦੇ ਨੇ ਤੇ ਫਿਰ ਨਸ਼ਾ ਕਰਨ ਲੱਗ ਪੈਂਦੇ ਨੇ। ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲਿਆ ਜਾਂਦਾ ਸਰਕਾਰ ਵੱਲੋਂ ਤੇ ਸਰਕਾਰ ਬੈਕਫੁੱਟ ਤੇ ਆ ਜਾਂਦੀ ਹੈ। ਆਪਣੇ AG ਦਫ਼ਤਰ ਨੂੰ ਛੱਡ ਕੇ ਸਰਕਾਰ ਪ੍ਰਾਈਵੇਟ ਵਕੀਲ ਕਰਦੀ ਹੈ। ਤੇ ਵੀ ਗੱਲਬਾਤ ਕਰਾਂਗੇ। ਇੰਡੀਆ INDIA ਗਠਬੰਧਨ ਬਣ ਗਿਆ ਤੇ ਦੂਜੇ ਪਾਸੇ BJP ਸੈਂਟਰ ਗਵਰਨਮੈਂਟ ਨੇ 1 ਨੇਸ਼ਨ 1 ਇਲੈਕਸ਼ਨ ਦੀ ਤਿਆਰੀ ਕਰ ਲਈ ਹੈ। ਇਹਨੂੰ ਲੈ ਕੇ ਸਾਬਕਾ ਜਿਹੜੇ ਦੇਸ਼ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਰਾਮਨਾਥ ਕੋਵਿੰਦ, ਉਹਨਾਂ ਨੂੰ ਇਹਦਾ ਅਧਿਕਸ਼ ਵੀ ਬਣਾ ਦਿੱਤਾ ਗਿਆ। ਲੋਨ ਲਓ ਬੈਂਕੋਂ ਤੇ ਫਿਰ ਮੋੜੋ ਨਾ, ਥੋੜਾ ਬਹੁਤਾ ਨਹੀਂ, 530 ਕਰੋੜ ਤੋਂ ਵੱਧ ਲੋਨ ਲਿਆ ਜਾਂਦਾ ਤੇ ਫਿਰ ਮੋੜਦੇ ਨਹੀਂ ਤੇ ਕਾਰਵਾਈ ਕਰ ਦਿੱਤੀ ED ਨੇ। ਸਾਡੇ ਨਾਲ ਨੇ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਰਮਾ ਜੀ, ਦੇਖੋ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। 2 ਸਰਕਾਰਾਂ ਬਦਲ ਗਈਆਂ। ਸਾਰੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਇਹ ਚਾਹੁੰਦੇ ਨੇ ਕਿ ਨਸ਼ਾ ਮੁੱਕ ਜਾਏ। ਪੰਜਾਬ ਦੇ ਰਾਜਪਾਲ ਵੀ ਚਾਹੁੰਦੇ ਨੇ ਨਸ਼ਾ ਮੁੱਕ ਜਾਏ। ਮੈਂ ਨਾ ਇੱਕ ਵਾਰੀ ਉਹਨਾਂ ਨੂੰ ਪ੍ਰੈਸ ਕਾਨਫਰੰਸ ਸਵਾਲ ਕੀਤਾ ਸੀ ਸਰਕਾਰ ਤੁਹਾਡੇ ਸੱਜੇ ਮੈਂ ਕਿਹਾ ਚੀਫ ਸੈਕਟਰੀ ਸਾਹਿਬ ਬੈਠੇ ਹੈ, ਖੱਬੇ DGP ਸਾਹਿਬ ਬੈਠੇ ਹੈ, ਤੁਸੀਂ ਚਾਹੁੰਦੇ ਹੋ ਵੀ ਨਸ਼ਾ ਮੁੱਕ ਜੇ, CM ਸਾਹਿਬ ਚਾਹੁੰਦੇ ਨਸ਼ਾ ਮੁੱਕ ਜੇ, ਤੇ ਕੀ ਨਸ਼ੇ ਦੇ ਸੌਦਾਗਰ ਇਹਨਾਂ ਤੋਂ ਵੀ ਜ਼ਿਆਦਾ ਤਾਕਤਵਰ ਹੈ? ਨਸ਼ਾ ਫਿਰ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਨਸ਼ੇ ਦੇ ਸੌਦਾਗਰ ਬਹੁਤ ਹੀ ਜ਼ਿਆਦਾ ਤਾਕਤਵਰ ਆ ਕਿਉਂਕਿ ਇਹਨਾਂ ਦਾ ਨੈਕਸਸ ਆ ਪੋਲੀਟੀਸ਼ੀਅਨ, ਪੁਲਿਸ ਤੇ ਨਸ਼ਾ ਤਸਕਰ ਤੇ ਗੈਂਗਸਟਰ, ਜੀ ਜਿਨ੍ਹਾਂ ਤੱਕ ਇਹ ਨਹੀਂ ਟੁੱਟੂ ਕੋਈ ਵੀ ਚੀਜ਼ ਮੁੱਕ ਨਹੀਂ ਸਕਦੀ। ਲੋਕ ਹੁਣ ਜਾਗਰੂਕ ਹੋ ਗਏ ਆ। ਲੋਕ ਵੇਖੋ, ਤੁਹਾਨੂੰ ਆਪਾਂ ਕਹਿੰਦੇ ਨਾ ਵੀ ਨਸ਼ਾ ਦੇ ਜਿਹੜੇ ਆਂਦੇ ਕਿ ਸਪੋਰਟ ਕਰੋ, ਜ਼ਮਾਨਤ ਕਰੋ, ਦੋਖਲਾ ਵਿਅਕਤੀ ਦਾ ਤਾਂ ਵਾਰਡ ਦੇਣਾ ਉਹਨਾਂ ਨੇ। ਲੋਕ ਸੜਕਾਂ ਤੇ ਆ ਗਏ ਆ। ਲੋਕ ਕੁੱਟ-ਕੁੱਟ ਕੇ ਬੰਦੇ ਆ ਫੜਨ ਲੱਗ ਪਏ ਆ। ਨਸ਼ੇ ਦੇ ਕੇਸ ਤੇ ਹਰ ਸਾਲ ਭੰਡਾਰੀ ਸਾਹਿਬ ਵਧੀ ਜਾਣ ਡੇ ਆ। ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ ਨਸ਼ੇ ਦਾ ਨੈਕਸਸ ਆ ਦੁੱਗਣਾ ਹੋ ਗਿਆ। ਜੀ ਅਜੇ ਸਾਡੀਆਂ ਜਿਹੜੀਆਂ ਪੁਲਿਸ ਆ, STF ਆ ਜਾਂ ਹੋਰ ਏਜੰਸੀਆਂ ਵੱਖ-ਵੱਖ ਜਿਹੜੀਆਂ ਹੈਗੀਆਂ ਉਹ ਨਸ਼ਾ ਬਹੁਤ ਜ਼ਿਆਦਾ ਫੜਦੀਆਂ ਭਾਰੀ ਮਾਤਰਾ 'ਚ। 33
ਕਿਲੋ 70 ਕਿਲੋ 40 ਕਿਲੋ 5 ਕਿਲੋ 2 ਕਿਲੋ ਰੋਜ਼ ਵੇਖੋ ਕਿੰਨਾ ਫੜਿਆ। ਵੇਖੋ ਨਸ਼ਾ ਆ ਕਿੱਥੋਂ ਰਿਹਾ? ਬਾਰਡਰ ਏਰੀਆ ਸਾਰਾ ਜਿਹੜਾ ਨਸ਼ਾ ਫੜਿਆ ਸਾਰਾ ਤਕਰੀਬਨ ਬਾਰਡਰ ਏਰੀਆ ਫੜਿਆ ਜਾ ਰਿਹਾ ਜੀ। ਤੇ ਛੁੱਟਦੇ ਕਿਉਂ? ਵੀ ਕੇਸਾਂ ਦੀ ਪੈਂਡੈਸੀ ਬਹੁਤ ਵੱਧ ਗਈ ਅਦਾਲਤਾਂ ਦੇ ਵਿੱਚ ਜੀ। ਪਿਛਲੇ 1.5 ਸਾਲ 'ਚ ਪੰਜਾਬ ਦੀਆਂ 23 ਜ਼ਿਲ੍ਹਾ ਕੋਰਟਾਂ ਤੇ ਸੀਜੀਐਮ ਦੇ ਕੋਰਟਾਂ ਦੇ ਵਿੱਚ 17,329 ਮਾਮਲੇ ਦਰਜ ਹੋਏ ਜਿਹੜੇ ਪਹੁੰਚ ਗਏ ਕੇਸ ਲੱਗੇ ਆ ਜੀ। ਤੇ ਜ਼ਿਲ੍ਹਾ ਕੋਰਟ ਦੇ ਵਿੱਚ 1500 ਤੇ 350 ਮਾਮਲੇ ਆ ਜਿਹੜੇ ਪੈਂਡਿੰਗ ਆ ਤੇ 1310 ਦਾ ਸਿਰਫ ਨਿਪਟਾਰਾ ਆ। ਤੇ ਜਿਹੜੇ ਲੰਬੀ ਪ੍ਰਕਿਰਿਆ ਬਹੁਤ ਹੈ। ਪ੍ਰਕਿਰਿਆ ਬੜੀ ਲੰਬੀ ਆ। ਐਫਐਸਐਲ ਦੀ ਰਿਪੋਰਟ ਆਉਂਦੇ ਆ ਬੜਾ ਟਾਈਮ ਲੱਗ ਜਾਂਦਾ। ਜ਼ਿਆਦਾਤਰ ਕੇਸਾਂ 'ਚ ਪੁਲਿਸ ਵਾਲੇ ਹੀ ਗਵਾਹ ਵਾ, ਇਹਨਾਂ ਨੂੰ ਗਵਾਹ ਨਹੀਂ ਮਿਲਦੇ ਕਿਉਂ ਪੇਂਡੂ ਏਰੀਆ ਬਾਰਡਰ ਦੇ ਲਾਗੋਂ ਫੜਦੇ ਉੱਥੇ ਲੋਕੀ ਬਹੁਤੇ ਹੁੰਦੇ ਨਹੀਂ। ਤੇ ਸੀਜੀਐਮ ਦੇ ਕੋਲ 459 ਮਾਮਲੇ ਪਹੁੰਚੇ ਸੀ ਤੇ 210 ਮਾਮਲੇ ਨਿਪਟੇ ਆ। ਤੇ ਐਫਐਸਐਲ ਰਿਪੋਰਟ ਤੁਹਾਨੂੰ ਮੈਂ ਦੱਸਿਆ ਵੀ ਆਉਣ 'ਚ ਬੜਾ ਟਾਈਮ ਲੱਗਦਾ ਤੇ ਤਸਕਰ ਜ਼ਮਾਨਤ ਲੈਂਦੇ ਆ ਤੇ ਫਿਰ ਨਸ਼ਾ ਤਸਕਰੀ 'ਚ ਲੱਗ ਜਾਂਦੇ ਆ। ਇਹਨਾਂ ਵਾਸਤੇ ਚਾਹੀਦਾ ਵੀ ਫਾਸਟ ਟਰੈਕ ਕੋਰਟਾਂ ਬਣਨ, ਫਾਸਟ ਟਰੈਕ ਕੋਰਟ ਚੱਲੇ। ਜਾਂ ਚੰਡੀਗੜ੍ਹ ਦੇ ਵਿੱਚ ਫਾਸਟ ਟਰੈਕ ਕੋਰਟ ਬਣ ਗਈ ਆ, ਹਰਿਆਣਾ ਵੀ ਫਾਸਟ ਟਰੈਕ ਕੋਰਟ ਬਣਾਉਣ ਜਾ ਰਿਹਾ ਤੇ ਹਿਮਾਚਲ ਤੇ ਵੀ ਨਸ਼ਾ ਤਸਕਰਾਂ ਦੀ ਸਜ਼ਾ ਵਧਾਤੀ ਗਈ, ਉਹਨਾਂ ਅਮੈਂਡਮੈਂਟ ਕਰਤੀ ਆ। ਫਿਰ ਕੀ ਜੀ ਸਵਾਲ ਤੇ ਇਹ ਹੈ ਨਾ ਜੀ ਵੀ ਸਰਕਾਰ ਨੂੰ ਵੀ ਤੇ ਸੋਚਣਾ ਚਾਹੀਦਾ ਨਾ ਜੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ 1 ਸਾਲ ਮੰਗਿਆ ਵੀ ਚਿੱਟੇ ਦਾ ਨਸ਼ਾ ਜਿਹੜਾ ਮੈਂ ਨਾਂ ਨਿਸ਼ਾਨ ਮੁਕਾ ਦੂੰਗਾ। 15 ਅਗਸਤ ਨੂੰ ਉਹਨਾਂ ਨੇ ਸਪੀਚ ਆਖਿਆ ਸੀਗਾ ਵੀ 1 ਸਾਲ 'ਚ ਫਿਰ ਲੋਕੀ ਮਰਦੇ ਰਹਿਣ ਵੀ ਕੋਈ ਦਿਨ ਖਾਲੀ ਨਹੀਂ ਆਉਂਦਾ। ਭੰਡਾਰੀ ਸਾਹਿਬ ਮੁੱਖ ਮੰਤਰੀ ਸਾਹਿਬ ਕਹਿੰਦੇ ਕੀ ਕਰ ਲਾਂ ਜੇ ਪੁਲਿਸ ਯੋਗ ਨਾ ਦਊਗੀ। ਹੁਣ ਆਪਣੇ ਇੱਥੇ ਅੰਮ੍ਰਿਤਸਰ 'ਚ ਹੀ ਵੇਖ ਲਓ ਕਿੱਦਾਂ ਇੱਕ ਨੈਟਵਰਕ ਸਾਹਮਣੇ ਆਇਆ ਪੁਲਿਸ ਵਾਲਿਆਂ ਦਾ ਜੀ ਤੇ ਮਾੜੇ ਇਨਸਾਨਾਂ ਦਾ ਆਇਆ ਨਾ ਨੈਟਵਰਕ ਸਾਹਮਣੇ। ਕਿੱਦਾਂ ਨੱਚਦੇ ਗਾਉਂਦੇ ਕਿੱਦਾਂ ਕਰਦੇ ਕੌਣ ਫੋਟੋਆਂ ਤੇ ਫੋਟੋਆਂ ਲਾਗੂ ਹੋਈ ਜਾਂਦੀਆਂ। ਜਿਹੜਾ ਬਿਆਨ ਦਿੰਦਾ ਉਹਦੀ ਫੋਟੋ ਕੱਢ ਕੇ ਬੰਦੇ ਨਾਲ ਵਿਖਾ ਦਿੰਦੇ ਰੋਪੀ ਨਾਲ ਵੀ ਉਹ ਬੰਦੇ ਨਾਲ। ਹੁਣ ਪੋਲੀਟੀਕਲ ਬੰਦਿਆਂ ਤੇ ਕਈ ਬੰਦੇ ਫੋਟੋਆਂ ਕਰਾ ਕੇ ਖਿਚਾ ਜਾਂਦੇ ਆ। ਪੋਲੀਟੀਕਲ ਬੰਦੇ ਜਾ ਕੇ ਕੋਈ ਪਾਰਟੀ ਨੱਚਣ ਥੋੜਾ ਰਹੇ ਉਹਦੇ ਨਾਲ, ਗਾਣੇ ਥੋੜਾ ਗਾਉਂਦੇ ਆ। ਇਹ ਜਿੰਚੇ ਤੱਕ ਨੈਕਸਸ ਨਹੀਂ ਮੁੱਕਦਾ। ਹੁਣ ਜਿੱਦਾਂ ਹੁਣ ਕੀ ਸਾਹਮਣੇ ਆ ਕੋਈ ਐਗਜ਼ਾਮਪਲ ਸੈੱਟ ਕਰੋ ਉੱਤੇ ਕੋਈ ਸਜ਼ਾ ਦੇ ਕੇ ਐਗਜ਼ਾਮਪਲ ਸੈੱਟ ਕਰਨ ਤੇ ਫਿਰ ਇਹ ਨੈਕਸਸ ਮੁੱਕਣੇ ਆ। ਇੰਦਰਜੀਤ ਦਾ ਰਾਜੀ ਦੇ ਤੱਕ ਫੜੇ ਨਹੀਂ ਗਿਆ, ਜ਼ਮਾਨਤ ਅਪਲਾਈ ਕਰੀ ਜਾਣ ਡਿਆ। ਉਹਨੂੰ ਤੇ ਕਿਹੜਾ ਆਸ਼ੀਰਵਾਦ ਸੀ ਨਾ ਉੱਤੇ, ਉਹ ਕਿੱਦਾਂ ਐਸਐਸਪੀ ਲੱਗ ਜਾਂਦਾ ਸੀ, ਕਿੱਦਾਂ ਇੰਦਰਜੀਤ ਨੂੰ ਨਾਲ ਲੈ ਜਾਂਦਾ, ਉਹ ਥੋੜਾ ਆਪਣੇ ਨਾਲ ਖੜ ਸਕਦਾ ਸੀ। ਅਭੀ ਕੋਈ ਨਾ ਕੋਈ ਅਧਿਕਾਰੀ ਕਰਦਾ ਸੀ ਨਾ, ਉਹਦੀ ਟ੍ਰਾਂਸਫਰ ਕਰਦਾ ਸੀ, ਉਹਨੂੰ ਪ੍ਰਮੋਸ਼ਨਾਂ ਦਿੰਦਾ ਸੀ। ਇਹ ਕਹਾਣੀ ਹੈ ਵੀ ਹੁਣ ਜਿੱਦਾਂ ਦੇ ਨਸ਼ਾ ਤਸਕਰੀ ਜਿਹੜੇ ਕਮਰਸ਼ੀਅਲ ਕੇਸ ਆ ਨਾ ਉਹਨੂੰ 180 ਦਿਨ 'ਚ ਤੇ ਨੋਨ ਕਮਰਸ਼ੀਅਲ ਕੇਸਾਂ 'ਚ 60 ਦਿਨ 'ਚ ਚਾਰਜਸ਼ੀਟ ਦਾਇਰ ਕਰਨੀ ਹੁੰਦੀ ਆ। ਕਿ ਹੁਣ ਜਦੋਂ ਰਿਪੋਰਟਾਂ ਦੀ ਸਮੱਸਿਆ ਆਉਂਦੀਆਂ ਐਫਐਸਐਲ ਦੀਆਂ ਨਸ਼ਾ ਜਿਹੜਾ ਪਾਸ ਹੋਣ ਜਾਣਾ ਵੀ ਕਿੰਨੀ ਮਾਤਰਾ 'ਚ ਹੈਗੀ ਇਹ 'ਚ ਹੈਰੋਇਨ ਆ ਜਾਂ ਸਮੈਕ ਆ ਜੋ ਵੀ ਆ ਤੇ ਇਹ ਕੀ ਕਰਨ ਤੇ ਜ਼ਿਆਦਾਤਰ ਬਾਰਡਰ ਏਰੀਆ 'ਚ ਫੜਿਆ ਜਾਣ ਡਿਆ ਤੇ ਕੇਸ ਵਧੀ ਜਾਣ ਡੇ ਆ। ਹੁਣ ਚਾਹੀਦਾ ਇਹ ਆ ਵੀ ਇਹਨਾਂ ਨੂੰ ਫਾਸਟ ਟਰੈਕ ਕੋਰਟਾਂ ਬਣਾਉਣ, ਸਖਤ ਕਾਨੂੰਨ 'ਚ ਅਮੈਂਡਮੈਂਟ ਹੋਵੇ, ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਨਸ਼ਾ ਵਿਕਣਾ ਬੰਦ ਹੋ ਜਾਏ। ਹੁੰਦੀ ਦੇਖੋ ਵੀ ਨਸ਼ੇ ਦਾ ਇਹ ਹਾਲ ਆ ਵੀ ਸਾਡੇ ਟਾਰੀ ਬਲਾਕ ਦੇ ਇੱਕ ਪਿੰਡ ਹੀ ਛੱਡਣ ਜੀ, ਉੱਥੋਂ ਦਾ ਇੱਕ ਭੈਣ ਵਿਚਾਰੀ ਨੇ ਆਪਣੇ ਭਰਾ ਨੂੰ ਰੱਖੜੀ ਬੰਨੀ ਸਵੇਰੇ ਜੀ ਤੇ ਸ਼ਾਮ ਨੂੰ ਉਹ ਟਾਇਲਟ ਦੇ ਵਿੱਚ ਉਹਦੀ ਮੌਤ ਪਈ ਨਸ਼ੇ ਦੇ ਨਾਲ। ਉਹ ਕਿਤੇ ਸਵੇਰੇ ਰੱਖੜੀ ਬਣਾ ਕੇ ਖੁਸ਼, ਭੈਣ ਵੀ ਖੁਸ਼, ਭਰਾ ਵੀ ਖੁਸ਼, ਸ਼ਾਮੀ ਕਿਤੋਂ ਲਾਇਆ ਨਸ਼ਾ ਟੀਕਾ ਲਾਇਆ ਜਾ ਕੇ ਬਾਥਰੂਮ ਦੇ ਵਿੱਚ, ਮਗਰੋਂ ਖੁੱਲ੍ਹਾ ਹੀ ਨਹੀਂ, ਹੱਥ 'ਚ ਸਿਰਿੰਜ ਫਸੀ ਪਈ ਆ, ਮਰ ਗਿਆ। ਉਹ ਆਂਦੇ ਵੀ ਨਸ਼ਾ ਜਿਹੜਾ ਛੱਡਣ ਪਿੰਡ 'ਚ ਆਮ ਵਿਕਦਾ, ਪੁਲਿਸ ਨੂੰ ਕਈ ਵਾਰੀ ਤਲਾਹ ਕੀਤੀ ਐਕਸ਼ਨ ਹੀ ਕੋਈ ਨਹੀਂ ਲੈਂਦਾ। ਇਹ ਗੱਲ ਹੈਗੀ ਨਾ ਵੀ ਲੋਕੀ ਜੇ ਤਲਾਹ ਕਰਦੇ ਤੇ ਪੁਲਿਸ ਵਾਲੇ ਉਹਨੂੰ ਦੱਸ ਦਿੰਦੇ ਆ। ਅੱਗੇ ਜੀ ਫਿਰ ਗੱਲ ਤੇ ਫਿਰ ਹੁਣ ਆਪਾਂ ਵੀ ਆਪਣੇ ਇੱਥੋਂ ਦੇ ਪੁਲਿਸ ਅਧਿਕਾਰੀ ਨੂੰ ਵੱਡੇ ਜਿਹੜੇ ਪੁਲਿਸ ਦੇ ਚੀਫ ਆ ਉਹਨਾਂ ਨੂੰ ਕਈ ਨਾ ਦੱਸੇ ਵੀ ਆਹ ਬੰਦੇ ਸਾਨੂੰ ਲੋਕ ਦੱਸਦੇ ਜਿਹੜੇ ਸਾਨੂੰ ਲੋਕਾਂ ਨੇ ਦੱਸਿਆ ਸਾਡਾ ਕੰਮ ਹੀ ਇਨਫੋਰਮੇਸ਼ਨ ਇਹਨਾਂ ਤੱਕ ਪਹੁੰਚਾਣੀ, ਪਰ ਨੋ ਐਕਸ਼ਨ, ਰਿਪਲਾਈ ਨਹੀਂ ਹੁੰਦਾ। ਐਕਸ਼ਨ ਤਾਂ ਲੈਣਾ ਕੀ, ਰਿਪਲਾਈ ਨਹੀਂ ਹੁੰਦਾ। ਜੇ ਸਾਡੇ ਨਾਲ ਇਹ ਹਾਲ ਤੇ ਆਮ ਜਨਤਾ ਨਾਲ ਕੀ ਹੋਊਗਾ? ਵੇਖੋ ਨਸ਼ੇ ਦੇ ਕੇਸ ਦਿਨ ਬ ਦਿਨ ਵੱਧਦੇ ਜਾ ਰਹੇ ਆ। ਉਹਨਾਂ ਕੇਸਾਂ ਦੀ ਪੈਂਡੈਂਸੀ ਕਾਰਨ ਇਹ ਜਿਹੜੇ ਲੋਕ ਜ਼ਮਾਨਤਾਂ ਲੈ ਜਾਂਦੇ ਆ, ਆਗੇ ਫਿਰ ਉਹੀ ਕੰਮ ਕਰਨ ਲੱਗਦੇ। ਲੱਗਦਾ ਸਾਨੂੰ ਸਜ਼ਾ ਤੇ ਹੋਣੀ ਕੋਈ ਨਹੀਂ। ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਜਿੰਨਾ ਚਿਰ ਪੋਲੀਟੀਕਲ ਗੈਂਗਸਟਰ ਨਸ਼ਾ ਵੇਚਣ ਵਾਲਿਆਂ ਦਾ ਦੜਾ ਸੱਟਾ ਕਾਰੋਬਾਰੀਆਂ ਦਾ ਇਹ ਨੈਕਸਸ ਨਹੀਂ ਟੁੱਟੂਗਾ ਨਾ ਉਹਨਾਂ ਚਿਰ ਸਮਾਜ ਦਾ ਭਲਾ ਨਹੀਂ ਹੋਣਾ। ਇਹ ਜੋ ਮਰਜ਼ੀ ਕਰਦੇ ਰਹਿਣ ਕਿਉਂਕਿ ਸਰਕਾਰ ਵੀ ਤੇ ਇਹ ਅਫਸਰ ਹੀ ਚਲਾਉਂਦੇ ਨਾ ਜਿਹੜੇ ਐਮਐਲਏ ਬਣ ਕੇ ਆਉਂਦੇ ਵਿਚਾਰੇ ਮੇਰੇ ਵਰਗੇ ਕੋਈ ਬਣ ਵੀ ਜਾਵੇ ਤੇ ਸਾਡੀ ਕਿਹੜੀ ਕੋਈ ਟ੍ਰੇਨਿੰਗ ਹੁੰਦੀ ਹੈ। ਆ ਵੇਖੋ ਦੜਾ ਸੱਟਾ ਕਾਰੋਬਾਰੀ ਜੋ ਸੁਣਨ ਜਾਣ ਡਿਆ, ਕਿਸੇ ਨੂੰ ਕੜੇ ਪਾਣ ਡੇ ਆ, ਕਿਸੇ ਨੂੰ ਸੋਨੇ ਦੀਆਂ ਝਾਨੀਆਂ ਪਾਣ ਡੇ ਆ ਤੇ ਫਿਰ ਉਹਨਾਂ ਦੀ ਇਹਦੀ ਗੱਲ ਸੁਣਨੀ ਆ। ਮੈਨੂੰ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਆਉਂਦੇ ਵੀ ਮੈਂ ਆਪਣੇ ਕੁਝ ਅਧਿਕਾਰੀ ਮਿਲਣ ਗਿਆ ਜੀ, ਆਂਦੇ 2 ਘੰਟੇ ਵੇਟ ਕਰਦਾ ਰਿਹਾ ਤੇ ਜਦੋਂ 2 ਘੰਟੇ ਬਾਹਰ ਨਿਕਲਿਆ ਤੇ ਉਹ ਰੋਪੀ ਉਹਦੇ ਕਮਰੇ 'ਚ ਬੈਠਾ ਚਾਹ ਪੀਂਦੇ ਬਾਹਰ ਆਇਆ ਤੇ ਸਾਨੂੰ 2 ਘੰਟਿਆਂ ਦੇ ਬਾਹਰ ਖਿਲਾਤਾ ਤੇ ਸਾਡਾ ਡਰ ਕੀ ਉਹ ਮਿਲਣ ਦੇ ਉੱਤੇ
ਚਲੋ ਗੱਲ ਤੇ ਹੈ ਕਿ ਜੀ ਉਹਨਾਂ ਦਾ ਡਰ ਮੁਜਰਮ ਦੇ ਤੇ ਕੀ ਹੋਊਗਾ। ਦੇਖੋ ਬਹੁਤ ਹੁਣ ਇਹੋ ਜਿਹੇ ਅਧਿਕਾਰੀਆਂ ਦੀ ਅੰਤਰਾਤਮਾ ਜਾਗਣੀ ਚਾਹੀਦੀ ਹੈ। ਉਹ ਲੋਕਾਂ ਨੇ ਤੁਹਾਨੂੰ ਕਾਨੂੰਨ ਦੇ ਰਖਾਲੇ ਵਾਸਤੇ ਦੀ ਸੋਹਾਂ ਖਾ ਖਾ ਕੇ ਪੁਲਿਸ ਟ੍ਰੇਨਿੰਗ 'ਚ ਕੇਸ ਲਏ ਜੇ ਵੀ ਅਸੀਂ ਜਿਹੜਾ ਨਸ਼ਾ ਵਾ ਅਸੀਂ ਕਿਸੇ ਮੁਜਰਮ ਨਾਲ ਸੰਬੰਧ ਆਪਣੇ ਨਹੀਂ ਰੱਖਾਂਗੇ। ਤੇ ਕਿਉਂ ਰੱਖਦੇ ਜੇ? ਕੋਈ ਸ਼ਰਮ ਕਰੋ। ਸਰਕਾਰ ਬੜੀ ਵਧੀਆ ਤਨਖਾਹਾਂ ਦੇਣ ਦੀਆਂ, ਠੀਕ ਆ ਦੀ ਪ੍ਰਾਪਰਟੀ ਬਣਾ ਲੀਆਂ, ਕੋਠੀਆਂ ਬਣਾ ਲੀਆਂ, ਜਾਇਦਾਦਾਂ ਬਣਾ ਲੀਆਂ, ਸੋਨੇ ਦਾ ਕੜਾ 4 ਦਿਨ ਪਾਲੋਗੇ ਜਾਂ ਚੈਨੀ ਪਾਲੋਗੇ ਤੇ ਲੱਭਣਾ ਕੀ ਮਗਰੋਂ? ਬਦਮਾਸ਼ ਦਾ ਜਿਹੜਾ ਟੋਕਰਾ ਨਾਲ ਜਾਣਾ ਨਾ ਲੋਕਾਂ ਦਾ, ਜਿਹੜਾ ਹਿਸਾਬ ਉੱਪਰ ਦੇਣਾ ਪੈਣਾ। ਜਦੋਂ ਇਹ ਫਿਰ ਕਹਿੰਦੇ ਨਾ ਅਖੀਰ ਦਾ ਸਮਾਂ ਆਉਂਦਾ ਨਾ ਤੇ ਵੈਂਟੀਲੇਟਰ ਤੇ ਜਦੋਂ ਬੰਦੇ ਨੂੰ ਪਿਆ ਹੁੰਦਾ ਨਾ ਅੰਦਰ ਤੇ ਹਸਪਤਾਲ 'ਚ ਦਾਖਲ ਹੁੰਦਾ ਆਈਸੀਯੂ 'ਚ, ਤੇ ਉਹ ਫਿਰ ਉਹ ਰੱਬ ਨੂੰ ਕਹਿੰਦਾ ਵੀ ਮੈਂ ਦੇਖੋ ਜੀ ਇੱਥੇ ਗੱਲ ਤੇ ਅਸੀਂ ਘਟਾ ਪਾ ਸਕਦੇ ਆ, ਪਰ ਜਿਹੜੇ ਅਸੀਂ ਕਰਮ ਕੀਤੇ ਨਾ ਉਹਦੀ ਅਦਾਲਤ ਦੇ ਵਿੱਚ ਜਾ ਕੇ ਕੋਈ ਘਟਾ ਨਹੀਂ ਪੈਣਾ। ਉੱਥੇ ਤੇ ਚਿੱਠਾ ਖੁੱਲ ਜਾਣਾ ਜੇ ਵੀ ਤੂੰ ਕੀ ਕਰਦਾ ਰਿਹਾ, ਕਿਹਦੇ ਨਾਲ ਚਾਹਾਂ ਪੀਂਦਾ ਰਿਹਾ ਤੇ ਕਿਹਦੇ ਨਾਲ ਫੋਟੋਆਂ ਖਿਚਾਉਂਦਾ ਰਿਹਾ, ਉਹ ਸਾਰਾ ਹੀ ਚਿੱਠਾ ਖੁੱਲ ਜਾਣਾ। ਰਕੇਸ਼ ਜੀ ਹਮੇਸ਼ਾ ਕਹਿੰਦੇ ਵੀ ਮੇਰਾ ਭਾਰਤ ਮਾਨ 100 में से 99 ਬੇਈਮਾਨ, ਇੱਕ ਫਿਲਮ ਦਾ ਡਾਇਲੌਗ ਬੜਾ ਮਸ਼ਹੂਰ ਹੋਇਆ ਸੀਗਾ। ਹੁਣ ਇੱਕ ਲੀਡਰ ਨੇ ਇਸ ਕਰਕੇ 2 ਬੰਦਿਆਂ ਨੂੰ ਗੋਲੀ ਮਾਰ ਦਿੱਤੀ ਕਿ ਉਹਨੇ ਉਹਨੂੰ ਵੋਟ ਨਹੀਂ ਪਾਈ ਸੀ। ਉਹ ਕਹਿੰਦਾ ਸੀ ਮੈਨੂੰ ਵੋਟ ਪਾਓ। ਬੰਦਾ ਆਮ ਕਹਿ ਹੀ ਦਿੰਦਾ ਨਾ ਜੀ, ਹੁਣ ਤੇ ਅੱਜ ਕੱਲ੍ਹ ਤੋਂ ਲੋਕ ਸਿਆਣੇ ਹੋ ਗਏ, ਉਹ ਜਿਹੜਾ ਆਉਂਦਾ ਉਹਨੂੰ ਸਭ ਨੂੰ ਕਹੀ ਜਾਂਦੇ ਹਾਂ ਤੁਹਾਨੂੰ ਵੋਟ ਪਾਵਾਂਗੇ। ਉਹ ਤੇ ਵਿਚਾਰੇ ਕੀ ਕਰਨ, ਫਿਰ ਮੁੜ ਕੇ ਗੋਲੀ ਥੋੜੀ ਖਾਣੀ ਕਿਸੇ ਕੋਲੋਂ, ਪੈਸੇ ਸਾਰਿਆਂ ਕੋਲ ਲਈ ਜਾਂਦੇ ਤੇ ਵੋਟ ਵੀ ਪਾਈ ਜਾਂਦੇ ਆ। ਫਿਰ ਕਹੇ ਜੀ ਹੁਣ ਦੇਖੋ 1995 ਦਾ ਇਹ ਮਾਮਲਾ ਹੈ। 2023 ਦੇ ਵਿੱਚ ਸੁਪਰੀਮ ਕੋਰਟ ਨੇ ਇਸ ਲੀਡਰ ਸਾਹਿਬ ਨੂੰ ਇਹ ਸਜ਼ਾ ਸੁਣਾਈ ਹੈ ਉਮਰ ਕੈਦ ਦੀ। ਇਹ ਕੀ ਹੈ ਪੂਰਾ ਮਾਮਲਾ? ਵੇਖੋ ਵੀ ਬੰਦੇ ਤਗੜੇ ਹੀ ਜਿਹੜੇ ਮਗਰ ਲੱਗੇ ਰਹੇ ਕੇਸ ਦੇ, ਨਹੀਂ ਤੇ ਆਮ ਬੰਦਾ ਡਰ ਕੇ ਬਹਿ ਜਾਂਦਾ ਨਾ ਬਹੁ ਬੋਲੀਆਂ ਕੋਲੋਂ। ਬਿਲਕੁਲ ਇਹ ਮਾਮਲਾ 1995 ਦਾ ਤੇ ਸਾਬਕਾ ਸੰਸਦ ਹੈਗੇ ਆ ਰਾਸ਼ਟਰੀ ਜਨਤਾ ਦਲ ਦੇ ਪ੍ਰਭੂਨਾਥ ਸਿੰਘ। ਦਰਸ਼ਕਾਂ ਨੂੰ ਦੱਸ ਦਈਏ ਇਹ ਖਬਰ ਬਿਹਾਰ ਨਾਲ ਜੁੜੀ ਹੋਈ ਹੈ। ਬਿਹਾਰ ਨਾਲ ਜੁੜੀ ਆ, ਰਾਸ਼ਟਰੀ ਜਨਤਾ ਦਲ ਹੈਗਾ ਹਾਂ ਉੱਥੇ ਆ। ਤੇ 1995 ਜਦੋਂ 2 ਵਿਅਕਤੀਆਂ ਨੂੰ ਬੂਥ ਦੇ ਬਾਹਰ ਹੀ ਗੋਲੀ ਮਾਰਤੀ। ਵਿਧਾਨ ਸਭਾ ਦਾ ਹੈਗੇ ਹੀ ਇਲੈਕਸ਼ਨ ਹੋਣੇ ਛਪਰਾ ਦੇ ਮਸ਼ਰਕ ਬੂਥ ਦੇ ਬਾਹਰ, ਕਿਉਂਕਿ ਰੋਪ ਇਹ ਆ ਵੀ ਉਹਨਾਂ ਨੂੰ ਉਹਨਾਂ ਦੇ ਕਹਿਣ ਦੇ ਮੁਤਾਬਕ ਵੋਟ ਨਹੀਂ ਪਾਏ। ਤੇ ਜਿਸ ਬੰਦੇ ਨੇ ਇਹਨਾਂ ਨੂੰ ਇਲੈਕਸ਼ਨ 'ਚ ਹਰਾਇਆ ਸੀ ਸ਼ੋਕ ਸਿੰਘ, ਉਦੋਂ ਹਾਰ ਗਏ ਸੀ ਪ੍ਰਭੂਨਾਥ ਸਿੰਘ ਜੀ। ਪ੍ਰਭੂਨਾਥ ਨਾਮ ਹੈ, ਹਾਂ ਪ੍ਰਭੂ ਦੇ ਨਾਥ, ਪ੍ਰਭੂ ਦੇ ਨਾਥ ਹੈਗੇ ਨਾਥ ਤੇ ਬਹੁ ਵਾਲੀ ਹੈ ਨਾ। ਤੇ ਉਹਨੂੰ ਵੀ ਇਹਨਾਂ ਧਮਕੀ ਦਿੱਤੀ ਵੀ 90 ਦਿਨਾਂ 'ਚ ਤੈਨੂੰ ਮਾਰ ਦੂੰਗਾ। 3 ਮਹੀਨਿਆਂ 'ਚ ਤੇ 90 ਦਿਨ 3 ਜੁਲਾਈ 1995 ਨੂੰ ਇਹਨਾਂ ਉਹਦੀ ਆਂਦੇ ਹੱਤਿਆ ਹੋ ਗਈ ਸੀ। ਉਹਦੀ ਹੱਤਿਆ ਦੇ ਕੇਸ 'ਚ ਝਾਰਖੰਡ ਦੀ ਹਜ਼ਾਰੀਬਾਗ ਸੈਂਟਰਲ ਜੇਲ੍ਹ ਦੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਆ। ਇਹ ਕਈ ਵਾਰੀ ਕਹਿੰਦੇ ਬਾਹੂਬਲੀ ਸਾਹਿਬ ਉਹ ਬਣ ਚੁੱਕੇ ਐਮਪੀ ਵੀ ਬੋਡੀ ਵਰਜੀ 1990 ਵਿੱਚ 1985 ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਸੀ, ਐਮਐਲਏ ਬਣੇ ਸੀ ਮਸ਼ਰਕ ਤੋਂ ਹੀ। 1990 ਵਿੱਚ ਆਰਜੀ ਦੀ ਟਿਕਟ ਲਿਆ ਤੇ ਜਿੱਤ ਗਏ। 1998 99 2004 ਤੇ 13 ਚ ਮਹਾਰਾਜਗੰਜ ਤੋਂ ਲੋਕ ਸਭਾ ਦਾ ਚੁਣਾਵ ਜਿੱਤਿਆ। ਐਮਪੀ ਬਣੇ ਕਿੰਨੀ ਵਾਰੀ ਜੀ। ਇੱਕ ਵਾਰ ਤੇ ਚੁਣਾਵ ਪ੍ਰਚਾਰ ਦੇ ਨਾ ਡੀਐਮ ਨੇ ਕਿਹਾ ਵੀ ਤੂੰ ਆ ਗਲਤ ਕੰਮ, ਉਹਨੂੰ ਵੀ ਧਮਕੀ ਦੇ ਦਿੱਤੀ, ਕਹਿੰਦਾ ਕਫਨ ਸਵਾਲਾ ਆਪਣਾ। ਮਤਲਬ ਕਿੱਡਾ ਬਹੁ ਬਲੀ ਹੋਊਗਾ। ਡੀਐਮ ਨੂੰ ਕਹਿੰਦਾ ਡਿਸਟ੍ਰਿਕਟ ਮੈਜਿਸਟਰੇਟ ਨੂੰ, ਕਹਿੰਦਾ ਕਫਨ ਸਵਾਲਾ ਆਪਣਾ। ਤੇ ਉਹਦੇ ਬਾਅਦ ਬੰਦਾ ਮਾਰਨਾ ਮੋਢੀ ਗੱਲ ਹੀ। ਲਾਲੂ ਸਾਹਿਬ ਦਾ ਬਹੁਤ ਨਜ਼ਦੀਕੀ ਆ, ਇਹਦਾ ਜਿਹੜਾ ਲੜਕਾ ਉਹ ਵੀ ਵਿਧਾਇਕ ਹੈਗਾ। ਤੇ ਹੁਣ ਜਦੋਂ ਕੇਸ ਇਹਨੂੰ ਨਾ ਪਹਿਲਾਂ ਜਿਹੜੀ ਲੋਕਲ ਕੋਰਟ ਸੀ ਪਟਨਾ ਦੀ, ਉਹਨਾਂ 2008 ਚ ਬਰੀ ਕਰਤਾ ਸੀ ਇਸ ਮਾਮਲੇ ਚੋਂ। ਹਾਂ 2012 ਦੇ ਵਿੱਚ ਹਾਈ ਕੋਰਟ ਨੇ ਵੀ ਇਹ ਫੈਸਲਾ ਬਰਕਰਾਰ ਰੱਖਿਆ। ਮਤਲਬ ਪਰਿਵਾਰ ਹਾਈ ਕੋਰਟ ਚਲਾ ਗਿਆ। ਹਾਈ ਕੋਰਟ, ਪਰ ਉਹਦਾ ਭਰਾ ਜਿਹੜਾ ਬੰਦੇ ਦਾ ਫਿਰ ਉਹ ਚਲ ਗਿਆ ਸੁਪਰੀਮ ਕੋਰਟ। ਤੇ ਹੁਣ ਸੁਪਰੀਮ ਕੋਰਟ 'ਚ ਇਹਨੂੰ ਸਜ਼ਾ ਮਿਲੀ ਆ। ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਪੁੱਛਿਆ ਵੀ ਜਸਟਿਸ ਹੈਗੇ ਸੰਜੇ ਕਿਸ਼ਨ ਕੋਲ, ਆਂਦੇ ਵੀ 2 ਰਸਤੇ ਆ, ਜਾਂ ਮੌਤ ਜਾਂ ਜੀਵਨ। ਆਂਦੇ ਵੀ ਇਹਦੀ ਤਾਂ ਬੰਦੀ ਮੌਤ ਆ, ਪਰ ਇਹਦੀ ਉਮਰ ਕਿੰਨੀ ਆ? ਵਕੀਲ ਸਾਹਿਬ ਕਹਿੰਦੇ 70 ਸਾਲ। ਆਂਦੇ ਫਿਰ ਹੁਣ ਇਹਨੂੰ ਕੀ ਕਵਾਂ? ਉਹਨੇ ਕਿਹਾ ਵੀ ਉਮਰ ਕੈਦ। ਉਹਨਾਂ ਨਾਲ 10-10 ਲੱਖ ਰੁਪਈਆ ਜਿਹੜੇ ਬੰਦੇ ਮਰੇ ਆ ਉਹਨਾਂ ਦੇ ਪਰਿਵਾਰਾਂ ਨੂੰ ਦਊਗਾ। 5-5 ਲੱਖ ਜਿਹੜੇ ਘਾਇਲ ਹੋਏ ਸੀ। ਵੇਖੋ ਦੇਰ ਆਏ ਦਰੁਸਤ ਆਏ, ਭਗਵਾਨ ਦੇ ਘਰਾਂ ਦੇ ਦੇਰ ਆ ਅੰਧੇਰ ਨਹੀਂ। ਤੇ ਜਸਟਿਸ ਕਿਸ਼ਨ ਕੋਲ ਨੇ ਜਿਹਨੇ ਇੱਕ ਵਧੀਆ ਫੈਸਲਾ ਦਿੱਤਾ ਕਿ ਜੀ ਦੇਖੋ ਤੁਸੀਂ ਇਹ ਜਿਹੜੀ ਛਲਾਘਾਰੀ ਆ ਸਾਰੇ ਦੇਸ਼ ਦੇ ਵਿੱਚ। ਹੁਣ ਇਹੋ ਜਿਹੇ ਲੋਕਾਂ ਨੂੰ ਅਸੀਂ ਇੰਨੀ ਵਾਰੀ ਲੀਡਰ ਚੁਣ ਲਿਆ ਤੇ ਸਾਡਾ ਕੀ ਭਲਾ ਕਰਨਗੇ? ਇਹਨਾਂ ਦਾ ਖਜ਼ਾਨਾ ਲੁੱਟ ਕੇ ਖਾਣਾ ਨਾ। ਕਿ ਜੀ ਦੇਖੋ ਤੁਸੀਂ 25-28 ਸਾਲ ਬੰਦੇ ਨੇ ਇਨਸਾਫ ਲਈ ਲੜਿਆ ਹੋ, ਜਿਵੇਂ ਤੁਸੀਂ ਕਿਹਾ ਵੀ ਠੀਕ ਹੈ ਲੱਗੇ ਰਹੇ ਪਿੱਛੇ, ਕਿੱਦਾਂ ਬੀਤੀ ਹੋਗੀ ਜਦੋਂ ਬਰੀ ਹੋ ਜਾਂਦੇ 2008 ਚ, 2012 ਚ ਵੀ ਹਾਈ ਕੋਰਟ ਚੋਂ ਬਰੀ। ਤੇ ਇਹ ਤੇ ਬੰਦਾ ਸੁਪਰੀਮ ਕੋਰਟ ਤੇ ਸਾਡੇ ਆ ਬੰਦਾ ਤਾਂ ਹੌਸਲਾ ਛੱਡ ਦਿੰਦਾ ਵੀ ਯਾਰ ਇੰਨੀ ਥਾਂ ਤੇ ਬਹੁ ਬਲੀ ਆ, ਐਮਪੀ ਆ, ਮੈਂ ਕਿਤੇ ਨਾ ਮੱਥਾ ਲਾ ਲਿਆ, ਇਹਨੇ ਵੀ ਐਮਪੀ ਬਣ ਗਿਆ, ਐਮਐਲਏ ਬਣ ਗਿਆ।
ਸਾਬਕਾ ਸੀਐਮ ਦਾ ਕਰੀਬੀ ਹੀ। ਕਿ ਜੀ ਅਸੀਂ ਤਾਂ ਵਾਰ-ਵਾਰ ਕਹਿ ਚੁੱਕੇ ਹਾਂ ਵੀ ਜਿਹੜੇ ਕਾਨੂੰਨ ਆ ਉਹਨਾਂ 'ਚ ਬਦਲਾਅ ਹੋਣ ਦੀ ਲੋੜ ਹੈ। ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਬਣੇ ਆ, ਅੰਗਰੇਜ਼ ਰਾਜ ਕਰਦੇ ਆਏ, ਆਪਣੇ ਲਈ ਆਪਣੇ ਹਿਸਾਬ ਨਾਲ ਬਣਾਏ ਤੁਹਾਡੀ ਗਏ। ਸੁਣ ਲਈ ਸੈਂਟਰ ਸਰਕਾਰ ਨੇ ਕਾਨੂੰਨਾਂ 'ਚ ਸ਼ੋਧ ਹੋ ਰਹੀ ਆ ਬੜੀ ਛੇਤੀ। ਇਹ ਸਭ ਸਲਾਖਾਂ ਦੇ ਪਿੱਛੇ ਹੋਣੇ ਆ। ਇਹ ਜਿਨ੍ਹਾਂ ਲੁੱਟਿਆ, ਜਿਨ੍ਹਾਂ ਸੋਨੇ ਦੇ ਬਿਸਕੁਟ ਕੋਈ ਨਹੀਂ ਬਚਣਾ, ਸਭ ਜਾਣੇ ਆ। ਪੰਜਾਬ ਸਰਕਾਰ ਪੰਚਾਇਤਾਂ ਭੰਗ ਕਰਦੀ ਹੈ, ਫਿਰ ਮੁੱਖ ਮੰਤਰੀ ਸਾਹਿਬ ਪਹਿਲੇ ਉਹ ਪੁੱਛਦੀ, ਹਾਈ ਕੋਰਟ ਦੇ ਜਿਹੜੇ ਚੀਫ ਜਸਟਿਸ ਸਾਹਿਬ ਪੁੱਛਦੇ ਨੇ ਵੀ ਤੁਸੀਂ ਕਿਹੜੇ ਆਧਾਰ ਤੇ ਫੈਸਲਾ ਲਿਆ ਹੈ, ਤੇ ਕੋਈ ਇਹਨਾਂ ਕੋਈ ਜਵਾਬ ਨਹੀਂ। ਫਿਰ ਵਾਪਸ ਆ ਜਾਂਦੇ ਨੇ ਬੈਕ। 2 IAS ਦੀ ਬਲੀ ਲਈ ਗਈ, ਆਪਣੇ ਮੰਤਰੀ ਸਭਾ ਨੂੰ ਕੁਝ ਨਹੀਂ ਕਿਹਾ ਗਿਆ। ਤੇ ਫਿਰ ਤੁਸੀਂ ਇਹ ਦੇਖੋ ਵੀ AG ਐਡਵੋਕੇਟ ਜਨਰਲ ਪੂਰਾ ਆਫਿਸ ਹੈ, ਉਹਨਾਂ ਦੇ ਵਕੀਲ ਛੱਡ ਕੇ ਬਾਹਰੋਂ ਕਹਿੰਦੇ ਪ੍ਰਾਈਵੇਟ ਵਕੀਲ ਲਏ ਆ ਵੀ ਕੀ IAS ਚਾਹੁੰਦੇ ਸੀ ਵੀ ਪੰਚਾਇਤਾਂ ਭੰਗ ਹੋਣ? ਉਹਨਾਂ ਨੇ ਆਪਣੇ ਕਿਸੇ ਨਿਆਣੇ ਨੂੰ, ਬੱਚੇ ਨੂੰ ਸਰਪੰਚ ਬਣਾਉਣਾ ਸੀ ਉੱਥੋਂ ਦਾ। ਇਹ ਤਾਂ ਸਰਕਾਰਾਂ ਚਾਹੁੰਦੀਆਂ, ਲੀਡਰ ਚਾਹੁੰਦੇ ਨੇ, ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ। ਤੇ ਹੁਣ ਵਿਪਕਸ਼ ਵੀ ਕਾਫੀ ਜਿਹੜਾ ਬਿਲਕੁਲ ਠੀਕ ਗੱਲ ਆ। ਹੁਣ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲੈ ਲਿਆ। ਅਫਸਰ ਸਾਡੇ ਤੁਹਾਨੂੰ ਪਤਾ ਵੀ ਜੋ ਸਰਕਾਰ ਦਾ ਹੋਊਗਾ ਉਧਰ ਹੀ ਤੁਰ ਪੈਂਦੇ ਆ ਜੀ, ਦੱਸਦੇ ਨਹੀਂ ਵੀ ਸਹੀ ਹੈ ਕਿ ਗਲਤ ਆ ਕਿ ਕੀ ਆ, ਵੀ ਇਹ ਹੋ ਨਹੀਂ ਉਹ ਸਕਦਾ। ਸਾਰਾ ਦੱਸਿਆ ਹੋਇਆ। ਉਹ ਖੁਸ਼ ਕਰਦੇ ਆ ਵੀ ਅਸੀਂ ਆਪਣੀ ਸੀਟ ਤੇ ਲੱਗੇ ਰਹੀ, ਜਿੱਦਾਂ ਇਹਨਾਂ ਨੇ ਕਿਹਾ ਸਰਕਾਰ ਅਸਲੀ ਹੁਕਮ ਹੁੰਦੀ ਆ। ਜਿੱਦਾਂ ਆਸ਼ੂ ਜੀ ਕਹਿੰਦੇ ਸੀ ਹਾਈ ਕੋਰਟ ਨੂੰ ਕਹਦੇ ਕਿ ਜੀ ਸੋਸ਼ਲ ਮੀਡੀਆ ਤੇ ਫੋਟੋ ਵਾਇਰਲ ਹੋ ਰਹੀ ਨਾ, ਜਿਹੜੀ ਚਿੱਠੀ ਦੀ ਵੇਖੋ ਨਾ, ਵੀਡੀਓ ਵਾਇਰਲ, ਫੋਟੋ ਵਾਇਰਲ ਕਿਹਨੇ ਕੀਤੀ? ਫਿਰ ਇੱਕ ਅਧਿਕਾਰੀਆਂ ਨੇ ਕੀਤੀ ਜਿਹਨਾਂ ਨੂੰ ਫੇਕ ਲਗਾ। 3 ਤਰੀਕ ਨੂੰ ਖਹਿਰਾ ਸਾਹਿਬ ਦੇ ਹਸਤਾਖਰ ਆ ਉੱਥੇ ਡਾਇਰੈਕਟਰ, 4 ਤਰੀਕ ਨੂੰ ਸੈਕਟਰੀ ਸਾਹਿਬ ਦੇ ਹਸਤਾਖਰ ਨੇ ਜਿਹੜੇ DK ਤਿਵਾੜੀ ਨੇ, ਫਿਰ 7 ਤਰੀਕ ਨੂੰ ਲਾਲਜੀਤ ਭੁੱਲਰ ਸਾਹਿਬ ਦੇ ਹਸਤਾਖਰ ਨੇ, ਫਿਰ 9 ਤਰੀਕ ਨੂੰ ਫਿਰ ਭੁੱਲਰ ਸਾਹਿਬ ਦੇ ਹਸਤਾਖਰ ਨੇ, ਹਰੇ ਪੈਨ ਨਾਲ ਸਾਈਨ ਕੀਤੇ ਉਹਨਾਂ ਨੇ। ਇਹਦਾ ਮਤਲਬ ਹੈ ਵੀ ਸੀਐਮ ਤੇ ਲਾਲਜੀਤ ਮੰਤਰੀ ਵੀ ਤੇ ਰਿਸਪੌਂਸੀਬਲ ਆ ਨਾ। ਉਹਨਾਂ ਨੇ ਮੰਤਰੀ ਥੋੜਾ ਜਿਹੜਾ ਇਹਨਾਂ ਨੇ ਯੂ ਟਰਨ ਤੇ ਲੈ ਲਿਆ, ਵਾਪਸ ਲੈ ਲਿਆ ਕੇਸ। ਪਰ ਹੁਣ ਪੰਚਾਇਤਾਂ ਦੇ ਫੰਡ ਜਿਹੜੇ ਖਰਚ ਕਰਨ ਤੇ ਰੋਕ ਲਾਤੀ ਸਰਕਾਰ ਨੇ। ਉਹ ਤੇ ਵਾਪਸ ਆ ਗਿਆ। ਨਹੀਂ ਨਹੀਂ ਕਹੀ ਉਹ ਵੀ ਵਾਪਸ ਲੈ ਅੱਜ ਫੈਸਲਾ ਜਿਹੜਾ ਉਹ ਵੀ ਸਰਕਾਰ ਨੇ ਕਹਿਤਾ। ਸਰਕਾਰ ਫਿਰ ਯੂ ਟਰਨ ਵਾਲੀ ਸਰਕਾਰ ਬਣ ਗਈ ਨਾ ਵੀ ਹਰ ਕੰਮ ਵਾਪਸ ਲਈ ਜਾਂਦੇ ਜੇ। ਹੁਣ ਮੰਤਰੀ ਸਾਹਿਬ ਦੇ ਤੇ ਵਿਪਕਸ਼ ਜਿਹੜਾ ਕਹਿ ਰਿਹਾ ਵੀ ਮੰਤਰੀ ਤੇ ਸੀਐਮ ਦੇ ਵੀ ਐਕਸ਼ਨ ਲਓ ਵੀ ਇਹਨਾਂ ਦੇ ਸਾਈਨ ਹੋਏ ਆ। ਫਿਰ ਸਭ ਤੋਂ ਦੁੱਖ ਦੀ ਗੱਲ ਆ ਵੀ ਜਦੋਂ ਤੁਸੀਂ ਇਸ ਕੇਸ ਦੀ ਸੁਣਵਾਈ ਸੀ, ਇਹਦੀ ਬਹਿਸ ਕਰਨੀ ਸੀ, ਇਹਨਾਂ ਨੇ ਸਾਬਕਾ ਐਡਵੋਕੇਟ ਜਨਰਲ ਦੇ ਕਾਲੀ ਸਰਕਾਰ ਦੇ ਅਸ਼ੋਕ ਅਗਰਵਾਲ ਨੂੰ ਵਕੀਲ ਕਰ ਲਿਆ। ਉਹ ਤੁਹਾਡੇ ਤੇ ਆਪਣੇ ਐਡਵੋਕੇਟ ਵਿਨੋਦ ਘਈ ਦਾ ਨਾਮ ਆ ਪੰਜਾਬ ਬੜੇ ਦੇਣਾ ਹਾਈ ਕੋਰਟ 'ਚ। ਫਿਰ ਜਸਟਿਸ ਜਿਹੜੇ ਨਿਰਮਲ ਸਿੰਘ ਆ ਸਾਬਕਾ ਜਸਟਿਸ ਹਾਈ ਕੋਰਟ ਦੇ, ਉਹਨਾਂ ਨੇ ਹੁਣ ਅਕਾਲੀ ਲੀਡਰ ਬਣ ਗਏ ਆ। ਉਹਨਾਂ ਸਵਾਲ ਕੀਤਾ ਵੀ ਤੁਸੀਂ ਹੁਣ AG ਪੰਜਾਬ, ਸਾਬਕਾ AG ਪੰਜਾਬ ਨੂੰ ਕਿਉਂ ਕੀਤਾ ਵਕੀਲ? ਉਹ ਆਂਦੇ ਵੀ 10 ਲੱਖ ਰੁਪਏ ਫੀਸ ਦਿੱਤੀ ਤੇ ਇੱਕ ਜੂਨੀਅਰ ਵਕੀਲ ਨੂੰ ਵੀ 2.5 ਲੱਖ ਦਿੱਤੀ। ਉਹ ਆਂਦੇ ਵੀ ਇਹਦਾ ਮਤਲਬ ਇਹਨਾਂ ਨੂੰ ਆਪਣੇ ਵਕੀਲਾਂ ਦੀ ਕਾਬਲੀਅਤ ਤੇ ਸ਼ੱਕ ਸੀ। ਉਹ ਆਂਦੇ ਵੀ ਜਿਹੜਾ AG ਪੰਜਾਬ ਦੇ ਉੱਤੇ 140 ਲਾ ਅਧਿਕਾਰੀ ਫੌਜ ਬੈਠੀ ਆ ਤੇ ਜਿਨ੍ਹਾਂ ਦੇ ਲੱਖਾਂ ਰੁਪਏ ਖਰਚਦੇ ਆ, ਇਹਦਾ ਮਤਲਬ ਉਹਨਾਂ 'ਚ ਕੋਈ ਕਾਬਲ ਨਹੀਂ ਸੀ ਜਵਾਬ ਦੇਣ ਦੇ। ਤੇ ਮੁਕੱਦਮਾ ਤੁਹਾਨੂੰ ਫਿਰ ਵਾਪਸ ਲੈਣਾ ਪਿਆ। ਜਿਹੜਾ ਕੇਸ ਦੀ ਰਿਟ ਪਈ ਤੁਹਾਡੇ ਤੇ ਉਹਦੀ ਫਿਰ ਹਾਰ ਗਏ, ਤੁਹਾਨੂੰ ਯੂ ਟਰਨ ਲੈਣੀ ਪਈ। ਹੁਣ 30 ਪੈਸਾ ਕਿਉਂ ਉੱਥੇ ਇਹਨਾਂ ਤੇ ਖਰੀਦਿਆ, ਕਿਉਂ ਖਰਚਿਆ ਇਹਨਾਂ ਦੇ? ਸਵਾਲ ਇਹ ਵੀ ਆ ਵੀ ਇਹਨਾਂ ਨੇ ਇੰਨੀ ਛੇਤੀ ਉੱਥੋਂ ਵਾਪਸ ਕਿਉਂ ਆ ਗਏ? ਵੀ ਡਰ ਕਿਹਦੀ ਗੱਲ ਦਾ ਵੀ ਤੁਸੀਂ ਲੜੋ ਨਾ ਕੇਸ, ਵੱਧ ਤੋਂ ਵੱਧ ਕੀ ਹੁੰਦਾ, ਹਾਰ ਹੀ ਜਾਂਦੇ। ਕੀ ਹੋਣਾ ਜੀ? ਹਾਰ ਦੇਖੋ ਦੀ ਪ੍ਰਾਈਵੇਟ ਵਕੀਲ ਕਰ ਲਿਆ, ਸਾਬਕਾ AG ਪੰਜਾਬ ਕਰ ਲਿਆ, ਅਕਾਲੀ ਪੰਜਾਬ ਭਾਜਪਾ ਗਵਰਨਮੈਂਟ ਵਾਲੇ ਹੋ ਗਏ AG ਪੰਜਾਬ। ਐਡਾ ਵੱਡਾ ਵਕੀਲ ਕਰਕੇ ਸੀਨੀਅਰ 10 ਲੱਖ ਫੀਸ ਵੀ ਦੇਤੀ, 2.5 ਲੱਖ ਆਂਦੇ ਕਿ ਜੂਨੀਅਰ ਨੂੰ ਵੀ ਦੇਤੀ ਜੋ ਸੁਣਨ ਚ ਆਇਆ। ਤੇ ਆਪਣੇ ਵਕੀਲ ਕਰਨ ਵਾਸਤੇ ਆ। ਚਲੋ ਫਿਰ ਕਹਿੰਦੇ ਉਹਨਾਂ ਕੋ ਕੀ ਕਰਾਉਣਾ ਨਹੀਂ ਦਿਖੀ। ਇਹੋ ਹੀ ਬਦਲਾਵ ਹੈ ਪੰਜਾਬ 'ਚ। ਇਹ ਬਦਲਾਵ ਆਪਾਂ ਕੈਪਟਨ ਸਾਹਿਬ ਦੇ ਤੇ ਸੁਖੀ ਰੰਧਾਵੇ ਦੇ ਲਈ ਜਾਂਦੇ ਆ ਕਿ ਉਹਨਾਂ ਪ੍ਰਾਈਵੇਟ ਵਕੀਲ ਕਰ ਲਏ, ਆਪਣੇ ਸਰਕਾਰੀ ਹੈਗੇ ਹੀ, ਫਿਰ ਪ੍ਰਾਈਵੇਟ ਬੰਦੇ ਪਿੱਛੇ ਕਰ ਲਏ। ਚਲੋ ਇਹਨਾਂ ਕੀਤੇ ਤੇ ਆਪਣੇ ਪਿੱਛੇ, ਪਰ ਪ੍ਰਾਈਵੇਟ ਕੋ ਕੀਤੇ? ਇਹਨਾਂ ਕੀ ਗੱਲ ਵਿਰੋਧ ਕਹੀ ਦੀ ਕਾਬਲੀਅਤ ਤੇ ਸ਼ੱਕ ਹੀ। ਕੇਸ ਤੇ ਲੜਦੇ ਜੀ, ਕੇਸ ਜਿਹਨੂੰ ਦੁਨੀਆ ਲੱਭਦੀ ਹੈ ਸਭ ਤੋਂ ਵੱਧ ਕੇਸ ਜਿੱਤਣ ਡਿਆ ਉਹ। ਚਲੋ ਇਹ ਤੇ ਸਰਕਾਰ ਹੀ ਦੱਸ ਸਕਦੀ ਹੈ, ਪਰ ਇਹ ਸਾਰੀਆਂ ਗੱਲਾਂ ਕੇਜੀ ਹੈਗਾ। IAS ਲੌਬੀ ਵੀ ਹੁਣ ਜਿਹੜੀ ਨਾ ਕੇਜੀ ਉਹ ਚੁੱਪ ਕਰ ਗਈ ਹੈ। ਉਹ ਵੀ ਕਹਿੰਦੇ ਵੀ ਸਰਕਾਰ ਦਾ ਕਿਹੜਾ ਫੈਸਲਾ ਮੰਨੀਏ ਤੇ ਕਿਹੜਾ ਨਾ ਮੰਨੀਏ, ਕਿਉਂਕਿ ਇਹਨਾਂ ਦੇ ਪੈਰ ਹੀ ਨਹੀਂ ਹੁੰਦੇ। ਪੈਰ ਨਹੀਂ ਜੀ, ਪੈਰ ਨਹੀਂ। ਇਹ ਸਭ ਤੋਂ ਵੱਧ ਯੂ ਟਰਨ ਲੈਣ ਵਾਲੀ ਸਰਕਾਰ ਆ। ਚਲੋ ਮਾਨ ਸਾਹਿਬ ਤੋਂ ਚਲੋ ਇਹ ਉਮੀਦ ਤੇ ਨਹੀਂ ਸੀ, ਕਿਉਂਕਿ ਪਹਿਲੇ ਇੱਕ ਦੇਖੋ ਰਕੇਸ਼ ਜੀ, ਪਹਿਲਾਂ ਹੀ ਸੋਚ ਸਮਝ ਕੇ ਲੈਣਾ ਚਾਹੀਦਾ ਵੀ ਲੋਕਾਂ ਦੇ ਚੁਣਿਆ ਨੁਮਾਇੰਦਿਆਂ ਨੂੰ ਤੁਸੀਂ ਕਿਉਂ ਕਰਦੇ ਜੇ। ਚਲੋ ਕਿ ਜੀ ਇੰਡੀਆ ਗਠਬੰਧਨ ਬਣ ਗਿਆ INDIA, ਤੇ ਦੂਜੇ ਪਾਸੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਤਿਆਰੀ ਹੋ ਗਈ ਹੈ। ਤੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਨੇ ਦੇਸ਼ ਦੇ ਰਾਸ਼ਟਰਪਤੀ ਸਾਹਿਬ ਰਾਮਨਾਥ ਕੋਵਿੰਦ ਜੀ, ਉਹਨਾਂ ਨੂੰ ਬਣਾਤਾ ਗਿਆ, ਅਧਿਕਸ਼ ਵੀ ਬਣਾਤਾ ਗਿਆ ਕਮੇਟੀ ਦਾ। ਹੁਣ ਸਭ ਤੋਂ ਜਿਹੜਾ ਵੱਡਾ ਰਕੇਸ਼ ਜੀ ਸਵਾਲ ਇਹ ਹੈ ਨਾ ਜੀ, ਹੁਣ 26 ਪਾਰਟੀਆਂ ਜਿਹੜੀਆਂ INDIA ਵਾਲੀਆਂ ਨੇ ਨਾ, ਵੀ ਇਹਨਾਂ ਦਾ ਏਜੰਡਾ ਕੀ ਹੈ? ਇਹਨਾਂ ਦਾ ਇੱਕੋ ਹੀ ਇੱਕ ਏਜੰਡਾ ਤੇ ਨਹੀਂ ਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਕਿੱਦਾਂ? ਦੇਖੋ ਜੀ, ਇਹ ਤੇ BJP ਨੂੰ ਹਰਾਉਣਾ ਕਿੱਦਾਂ? ਬਿਲਕੁਲ ਏਜੰਡਾ ਇਹਨਾਂ ਦਾ ਇੱਕੋ ਹੀ ਆ ਵੀ BJP ਦਾ ਹੋ ਜੀ। ਆਂਦੇ ਜੁੜੇਗਾ ਭਾਰਤ, ਜਿੱਤੇਗਾ ਇੰਡੀਆ ਜੀ। ਹੁਣ ਇਹਨਾਂ ਨੂੰ ਆਪਸ ਚ ਤਾਲਮੇਲ ਕਰਨ ਵਾਸਤੇ ਇੱਕ 14 ਮੈਂਬਰੀ ਕਮੇਟੀ ਵੀ ਤਾਲਮੇਲ ਕਮੇਟੀ ਬਣਾਤੀ ਆ ਜੀ। ਤੇ ਇਹਦਾ ਸੰਯੋਜਕ ਨਹੀਂ ਉਹਦਾ ਚੁਣ ਸਕੇ ਵੀ ਕਿਹੜਾ ਨੂੰ ਹੈਡ ਕਰੂਗਾ।
ਤੇ 4 ਕਮੇਟੀਆਂ ਹੋਰ ਬਣਾਈਆਂ। ਇੱਕ 19 ਮੈਂਬਰੀ ਕਮੇਟੀ ਬਣਾਤੀ ਆ ਚੁਣਾਵ ਅਭਿਆਨ ਸਮਿਤੀ, ਇੱਕ ਸੋਸ਼ਲ ਮੀਡੀਆ ਨੂੰ ਵਾਸਤੇ ਬਣਾਤੀ 12 ਮੈਂਬਰੀ ਕਮੇਟੀ, ਇੱਕ ਮੀਡੀਆ ਲਈ 19 ਮੈਂਬਰੀ ਕਮੇਟੀ ਤੇ ਰਿਸਰਚ ਲਈ 11 ਮੈਂਬਰੀ ਕਮੇਟੀ। ਵੇਖੋ ਏਜੰਡਾ ਫਿਰ ਤੁਹਾਡੇ ਵਾਲੀ ਗੱਲ ਠੀਕ ਆ, ਇਹਨਾਂ ਦਾ ਇੱਕੋ ਹੈਗਾ ਵੀ ਬੀਜੇਪੀ ਰਾਣੀ ਤੇ ਬੀਜੇਪੀ ਗਠਬੰਧਨ ਦਾ ਇੱਕੋ ਹੈਗਾ ਵੀ ਅਸੀਂ ਦੁਬਾਰਾ ਸਰਕਾਰ 'ਚ ਆਉਣਾ। ਕੋਈ ਲੋਕਾਂ ਦੀ ਡਿਵੈਲਪਮੈਂਟ ਕਿਸੇ ਦਾ ਕੋਈ ਮੁੱਦਾ ਨਹੀਂ ਹੈਗਾ। ਹੁਣ ਬੀਜੇਪੀ ਦੇਖੋ ਰੋੜੀਆਂ ਕਿੰਨੀਆਂ ਸ਼ੁਰੂ ਕਰਤੀਆਂ, 200 ਰੁਪਏ ਸਿਲੰਡਰਾਂ ਦੇ ਸਸਤਾ, ਇਹਨਾਂ ਚਿਰ ਕਿਉਂ ਵਧਾਇਆ? ਇਲੈਕਸ਼ਨ ਲੱਗੇ ਕਿਉਂ ਸਸਤਾ? ਕਿੰਨੇ ਹਜ਼ਾਰਾਂ ਕਰੋੜ ਰੁਪਏ ਜਿਹੜਾ ਪੈਟਰੋਲ ਹੈ ਨਾ ਜੀ, ਇੰਟਰਨੈਸ਼ਨਲ ਮਾਰਕੀਟ ਵਿੱਚ ਸਸਤਾ ਹੈ, ਉਦੋਂ ਤੇ ਐਕਸਾਈਜ਼ ਡਿਊਟੀਆਂ ਲਾ ਦਿੰਦੇ ਆ। ਬਈ ਮੈਂ ਕਹਿੰਦੇ ਵੀ ਭਾਗਿਆਵਾਨ ਆ ਤੇ ਇਹਦਾ ਫਾਇਦਾ ਤੁਹਾਨੂੰ ਕਿਉਂ ਦੇਵਾਂ? ਜਨਤਾ ਨੂੰ ਮਾਰ ਦਿਓ, ਨਿਚੋੜ ਲਓ ਖੂਨ। ਇਲੈਕਸ਼ਨ ਵੇਲੇ ਤੁਹਾਨੂੰ ਹਰ ਕੰਮ ਮੁੱਤ ਚੇਤੇ ਆ ਜਾਂਦਾ ਤੇ ਇਹਨੇ ਵੀ ਕੋਈ ਡਿਵੈਲਪਮੈਂਟ ਦਾ ਏਜੰਡਾ ਤਾਂ ਰੱਖਿਆ ਹੀ ਨਹੀਂ। ਇਹਨਾਂ ਵੀ ਇੱਕੋ ਏਜੰਡਾ ਹੈਗਾ ਵੀ ਬੀਜੇਪੀ ਦਾ ਉਹ ਜੁੜੇਗਾ, ਭਾਰਤ ਜਿੱਤੇਗਾ ਇੰਡੀਆ। ਤੇ ਉਧਰੋਂ ਬੀਜੇਪੀ ਨੇ ਨਵਾਂ ਸ਼ੇਸ਼ਾ ਕੱਢਦਾ, ਆਂਦੇ ਇੱਕ ਦੇਸ਼ ਇੱਕ ਚੁਣਾਵ ਜੀ। ਪਹਿਲੇ ਮੈਂ ਕੇਜੀ ਤੇ ਥੋੜੀ ਜਿਹੀ ਟਿੱਪਣੀ ਕਰਾਂ। ਵੇਖੋ ਅਰਵਿੰਦ ਕੇਜਰੀਵਾਲ ਸਾਹਿਬ ਵੀ ਕੱਲ ਨਾਲ ਉੱਥੇ, ਭਗਵੰਤ ਮਾਨ ਸਾਹਿਬ ਵੀ ਉੱਥੇ, ਰਾਘਵ ਚੱਡਾ ਸਾਹਿਬ ਨੂੰ ਤੇ ਉੱਥੇ ਬਣਾਇਆ ਰਲ ਕੇ ਜਿਹੜੇ ਅਸੀਂ ਇਲੈਕਸ਼ਨ ਲੜਾਂਗੇ। ਇਹ ਉਹੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਅੰਨਾ ਹਜ਼ਾਰੇ ਸਾਹਿਬ ਦਾ ਅੰਦੋਲਨ ਹੋਇਆ ਸੀ, ਕਿੰਨੀਆਂ ਗਾਲਾਂ ਕੱਢਦੇ ਸੀ ਉਹਨੂੰ, ਕਾਂਗਰਸ ਨੂੰ। ਇਹ ਚੋਰ हैं, ये भ्रष्टाचारी हैं, इनके परिवार ये कर गए, इन्होंने देश को लूट के खा लिया। तो उन्होंने ना बैठे हुए यार, तो मैं ना सेम ही गल आ। उधरों बीजेपी जीत पवार ਨੂੰ ਗਾਲਾਂ ਕੱਢਦੀ, ਉਹਨੂੰ ਅੰਦਰ ਦੇ ਨੂੰ ਫਿਰਦੀ, ਕਹਿੰਦੇ ਇਹਨੇ ਬੜਾ ਵੱਡਾ ਘਟਾਲਾ ਕੀਤਾ ਤੇ ਉਹਨੂੰ ਜੀਤ ਪਵਾਰ ਨੂੰ ਹੁਣ ਡਿਪਟੀ ਚੀਫ ਮਿਨਿਸਟਰ ਬਣਾਤਾ। ਮਹਾਰਾਸ਼ਟਰ ਦਾ ਮਤਲਬ ਵਾਸ਼ਿੰਗ ਮਸ਼ੀਨ ਸਾਰਿਆਂ ਕੋਲ ਹੈਗੀ ਆ, ਜਿਹੜਾ ਉਹਨਾਂ ਕੋਲ ਜਾਂਦਾ ਡਿਟਰਜੈਂਟ ਲੱਗਦਾ ਉਹ ਧੁੱਲ ਜਾਂਦਾ, ਸਾਫ਼ ਹੋ ਜਾਂਦਾ। ਮਤਲਬ ਕਿਸੇ ਦਾ ਇਖਲਾਕ ਨਹੀਂ ਰਹਿ ਗਿਆ, ਸੂਲਾਂ ਵਾਲੀ ਪਾਰਟੀ ਕੋਈ ਨਹੀਂ ਰਹਿ ਗਈ। ਇਹ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜੇ ਮੰਤਰੀ ਅੰਦਰ ਨਾ ਸਾਬਕਾ, ਉਹਨਾਂ ਨੂੰ ਵੀ ਸੁੱਖ ਦਾ ਸਾਹ ਲਿਆਉਣਾ ਵੀ ਉੱਤੇ ਗਠਬੰਧਨ ਹੋ ਗਿਆ, ਹੁਣ ਸਾਡਾ ਸ਼ਾਇਦ ਲਿਹਾਜ਼ ਹੋ ਜਾਵੇਗਾ। ਇਹ ਲਿਹਾਜ਼ ਹੋਇਆ ਆ। ਹੁਣ ਵੇਖੋ ਤੀ ਜ਼ਿਆਦਾ ਨਹੀਂ ਕੋਈ ਕੰਮ ਹੋਣ ਡਿਆ, ਤੇਜ਼ ਕੰਮ ਢਿੱਲਾ ਹੋ ਗਿਆ। ਹੁਣ ਅਕਾਲੀ ਕੋਲੇ ਬੀਜੇਪੀ ਵਾਲੇ ਬੰਨੇ ਕੰਮ ਹੋ ਗਿਆ ਤੇ ਉਹਨਾਂ ਵੀ ਈਡੀ ਵਾਲਿਆਂ ਨੇ ਤੇ ਚਲਾਤੀ, ਈਡੀ ਚਲਾਤੀ ਆ। ਹੁਣ ਵੇਖੋ ਇਹਨੇ ਕਹਿੰਦੇ 5 ਦਿਨ ਦਾ ਵਿਸ਼ੇਸ਼ ਸੰਸਦ ਸਦਨ ਸੱਦਿਆ ਜੀ ਕੇਂਦਰ ਸਰਕਾਰ ਨੇ, ਤੇ ਸ਼ੋਅ ਦੇ ਪਹਿਲਾਂ ਸੁਸਿਆਦ ਨੇ ਸ਼ੁੱਕਰਵਾਰ ਨੂੰ ਇੱਕ ਦੇਸ਼ ਇੱਕ ਚੁਣਾਵ ਨੇ ਮੁਹਿੰਮ ਲੈ ਕੇ ਇਹਦੀ ਇੱਕ ਸਮਿਤੀ ਬਣਾਤੀ ਆ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਦੀ ਅਧਿਕਸ਼ਤਾ 'ਚ। ਤੇ ਹੁਣ ਤੁਹਾਨੂੰ ਪਤਾ ਵੀ ਇਸ ਸਮੇਂ ਦੇ ਵਿੱਚ ਹੁਣ ਜਿਹੜੇ MP ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ, ਮਿਜ਼ੋਰਮ ਦੇ ਚੁਣਾਵ ਹੋਣੇ ਆ ਤੇ ਤਿਆਰੀਆਂ ਹੋਣ ਡੀਆਂ। ਦਸੰਬਰ 2024 ਤੱਕ ਆਮ ਚੁਣਾਵ ਵੀ ਹੋਣ ਵਾਲੇ ਆ ਤੇ 12 ਰਾਜਾਂ ਦੇ ਚੁਣਾਵ ਵੀ ਹੋਣ ਵਾਲੇ ਆ। ਸਮਿਤੀ ਦੇ ਵਿੱਚ ਕਈ ਪਾਰਟੀਆਂ ਦੇ ਮੈਂਬਰ ਲੈ ਜਾਣਗੇ, ਕਾਨੂੰਨੀ ਸਲਾਹਕਾਰ ਵੀ ਲੈ ਜਾਣਗੇ। ਤੇ ਇੱਕ ਗੱਲ ਹੈਗੀ ਵੀ 1967 ਤੱਕ ਇਹ ਜਿਹੜੇ ਆ 1951 ਤੋਂ ਲੈ ਕੇ 67 ਤੱਕ ਇਹ ਜਿਹੜੇ ਇਲੈਕਸ਼ਨ ਵਾਕਈ ਇਕੱਠੇ ਹੁੰਦੇ ਰਹੇ ਆ, ਲੋਕ ਸਭਾ ਦੇ ਵੀ ਤੇ ਵਿਧਾਨ ਸਭਾ ਦੇ ਵੀ। ਇਹ 1968 ਦੇ 73 ਤੇ ਆ ਗਏ, ਕੁਝ ਵਿਧਾਨ ਸਭਾ ਭੰਗ ਕਰਨੇ ਦੇ ਕਰਕੇ ਪ੍ਰਕਿਰਿਆ ਰੋਗੀ ਤੇ ਫਿਰ ਵੱਖੋ ਵੱਖ ਹੋਣ ਲੱਗ ਪਏ। ਅੰਦਰ ਕੋਈ ਸਾਲ ਇਲੈਕਸ਼ਨ ਕਮਿਸ਼ਨ ਕਹਿੰਦਾ ਨਹੀਂ ਜਾਂਦਾ ਵੀ ਜਿਹਦੇ 'ਚ ਵਿਧਾਨ ਸਭਾ ਜਾਂ ਲੋਕ ਸਭਾ ਦਾ ਚੁਣਾਵ ਨਹੀਂ ਹੁੰਦਾ। ਉਹਦੇ ਵੀ ਜਿਹੜਾ ਇਹਦੇ ਨਾਲ ਇਹਦਾ ਹੁੰਦਾ ਵੀ 2019 ਦੇ ਵਿੱਚ ਜਿਹੜਾ ਲੋਕ ਸਭਾ 'ਚ ਚੁਣਾਵ ਸੀ, ADR ਦੀ ਰਿਪੋਰਟ ਮੁਤਾਬਕ 60,000 ਕਰੋੜ ਰੁਪਈਆ ਤੇ ਖਰਚ ਹੋਇਆ ਸੀ ਉਹਨੂੰ ਕਰਾਉਣ ਵਾਸਤੇ। ਤੇ ਜੇ ਇੱਕ ਸਾਥ ਇੱਕ ਨਾਲ ਰਲ ਕੇ ਚੁਣਾਵ ਹੋ ਜਾਂਦੇ ਆ, ਨਾਲ ਹੀ ਹੋ ਜਾਂਦੇ ਆ, ਤੇ ਫਿਰ ਪੈਸੇ ਦਾ ਵੀ ਬੋਝ ਕੰਮ ਹੋਊ। ਤੇ ਜਿਹੜੀ ਆਚਾਰ ਸੰਹਿਤਾ ਲੱਗਦੀ ਤੇ ਵਿਚਾਰ ਕੋਡ ਆਫ ਕੰਡਕਟ ਲੱਗ ਜਾਂਦਾ ਤੇ ਵਿਕਾਸ ਦੇ ਕੰਮ ਰੁਕ ਜਾਂਦੇ ਆ, ਉਹ ਵੀ ਠੀਕ ਹੋਣਗੇ। ਕੇਜੀ ਚ ਇੰਝ ਲੱਗਦਾ ਵੀ ਪਹਿਲੀ ਵਾਰ ਇਨੀਸ਼ੀਅਲ ਖਰਚਾ ਜ਼ਰੂਰ ਵਧੂਗਾ ਕਿਉਂਕਿ ਉਨੀ EVM ਵੀ ਚਾਹੀਦੀ ਹੈ। ਵੈਸੇ ਫੈਸਲਾ ਹੋਏਗਾ ਕਿ ਨਹੀਂ ਹੋਏਗਾ ਇਹ ਤੇ ਭਵਿੱਖ ਦੇ ਕਰਦੇ, ਪਰ ਤੁਸੀਂ ਦੇਖੋ ਕਿ ਜੀ ਤੁਸੀਂ MP ਹੋ ਮੰਨ ਲਓ, ਤੇ ਜੇ ਇੱਕ ਦੇਸ਼ ਇੱਕ ਚੁਣਾਵ ਹੋ ਗਿਆ, ਜੇ ਤੁਸੀਂ ਆਪਣੇ ਮੁੰਡੇ ਨੂੰ ਵੀ ਟਿਕਟ ਦਵਾਈ ਹੋਈ MLA ਦੀ, ਤੇ ਲੋਕੀ ਤੇ ਸੋਚਣਗੇ ਨਾ ਯਾਰ ਸਾਰਾ ਤੁਸੀਂ ਲਈ ਜਾਣਾ। ਹੁਣ ਵੈਸੇ ਚਾਹੀਦਾ ਇੱਕੋ ਇੱਕ ਚੁਣਾਵ ਹੀ ਆ। ਵੈਸੇ ਵਿਪਕਸ਼ ਨੇ ਵੀ ਕਿਹਾ ਅਸੀਂ ਤਿਆਰ ਹਾਂ, ਜਿੱਦਾਂ ਮਰਜ਼ੀ ਕਰਾ ਲਓ ਗਠ ਇੰਡੀਆ ਗਠਬੰਧਨ ਨੇ ਕਹਿ ਦਿੱਤਾ ਵੀ ਅਸੀਂ ਤਿਆਰ ਹਾਂ, ਜਿੱਦਾਂ ਮਰਜ਼ੀ ਕਰਾ ਲਓ, ਸਾਨੂੰ ਕੋਈ ਨਹੀਂ, ਅਸੀਂ 60% ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਅਸੀਂ ਜਿੱਤਾਂਗੇ ਯਾਰ। ਜੀ ਪਰ ਵੱਡੀਆਂ ਪਾਰਟੀਆਂ ਲਈ ਤਾਂ ਸੌਖਾ, ਤੇ ਜਿਹੜੀਆਂ ਵਿਚਾਰੀਆਂ ਖੇਤਰੀ ਪਾਰਟੀ ਨੇ, ਰੀਜਨਲ ਪਾਰਟੀਆਂ, ਉਹਨਾਂ ਲਈ ਤਾਂ ਮੁਸ਼ਕਲ ਹੋ ਜਾਣੀ ਹੈ ਨਾ ਜੀ। ਜਿਹਦਾ ਕੋਈ ਉਧਾਰ ਨਹੀਂ, ਉੱਥੇ ਜੇ ਬੰਬਈ ਜਾਣਾ ਪਿਆ ਤੇ ਕਿਸੇ ਨੂੰ ਵੈਸੇ ਤੇ ਹੁਣ ਤਾਂ ਰਾਸ਼ਟਰੀ ਪਾਰਟੀ ਬਣ ਗਈ ਹੈ ਆਪਣੀ ਆਮ ਆਦਮੀ ਪਾਰਟੀ ਤੇ, ਪਰ ਬਹੁਤ ਸਾਰੀਆਂ ਐਸੀਆਂ ਪਾਰਟੀਆਂ ਜਿਨ੍ਹਾਂ ਤੇ ਉੱਥੋਂ ਤੱਕ ਪਹੁੰਚ ਨਹੀਂ। ਚਲੋ ਆਉਣ ਵਾਲਾ ਸਮਾਂ ਦੱਸੇਗਾ ਵੀ ਇਹ ਕੀ ਹੋਣਾ, ਪਰ ਇਹ ਦੇਖੋ ਗੱਲ ਇਹ ਹੈ ਲੋਕਾਂ ਨੂੰ ਸੋਚਣਾ ਪਏਗਾ ਵੀ ਲੀਡਰਾਂ ਨੂੰ ਸਿਰਫ ਆਪਣੀ ਜਿਹੜੀ ਉਹ ਪਈ ਆ। ਬਦਲਾਅ ਦੇ ਨਾਂ ਤੇ ਪਾਰਟੀ ਆਉਂਦੀ ਹੈ ਕਾਂਗਰਸ ਨੂੰ ਦੇ ਭ੍ਰਿਸ਼ਟਾਚਾਰੀ, ਇਹ ਭ੍ਰਿਸ਼ਟਾਚਾਰੀ ਹੈ, ਇਹਨਾਂ ਨੇ ਖਾ ਲਿਆ ਲੂਟ ਕੇ ਦੇਸ਼ ਕੋ, ਔਰ ਦੇਸ਼ ਦੇ ਵਿੱਚ ਹੁਣ ਉਹਨਾਂ ਦੇ ਨਾਲ ਗਠਬੰਧਨ ਹੋਣ ਜਾ ਰਿਹਾ। ਚਲੋ ਕਹਿੰਦੇ ਵੱਡੇ ਲੋਕ ਵੱਡੀਆਂ ਗੱਲਾਂ ਕਰਕੇ ਜੀ ਅਸੀਂ ਸਾਡੀ ਕੀ ਵਿਸਾਤ ਹੈ, ਅਸੀਂ ਕੋਈ ਜ਼ਿਆਦੀਆਂ ਗੱਲਾਂ ਕਰੀਏ। ਚਲੋ ED ਨੇ ਰਕੇ ਜੀ ਮਨੀ ਲਾਂਡਰਿੰਗ ਦੇ ਮਾਮਲੇ 'ਚ ਇੱਕ ਜੈਟ 에ਅਰਵੇਜ਼ ਦਾ ਫਾਊਂਡਰ ਹੈ,
ਥੋੜੇ ਬਹੁਤੇ ਪੈਸੇ ਨਹੀਂ ਖਾਦੇ ਉਹ ਲੈ ਕੇ ਭੱਜਿਆ ਕਹਿੰਦੇ ਉਹ 538 ਕਰੋੜ ਰੁਪਇਆ ਬਸ ਤੇ ਕਹਿੰਦਾ ਮੈਂ ਦੇਣੀ ਨਹੀਂ ਬੈਂਕ ਦੇ ਭਈਆ ਨੇ ਕਾਬੂ ਆ ਗਿਆ। ਇਹ ਵੇਖੋ ਜੀ ਈਡੀ ਕੰਮ ਕੋਈ ਨਾ ਕੋਈ ਤਾਂ ਕਰਦੀ ਹੀ ਰਹਿੰਦੀ ਆ। ਹੁਣ ਸਾਡੇ ਕੋਲ ਅਸੀਂ ਕਰੋੜ ਤੇ ਚਲੋ ਨਹੀਂ ਵੇਖਿਆ, ਪਰ ਅਸੀਂ ਕਰੋੜਾਂ ਦੇ ਘਟਾਲੇ ਰੋਜ਼ ਕੱਢਦੇ ਆ ਤੇ ਮਨ ਖੁਸ਼ ਹੋ ਜਾਂਦਾ। ਤੇ ਹੁਣ ਈਡੀ ਨੇ ਜਿਹੜੇ ਜੈਟ 에ਅਰਵੇਜ਼ ਦੇ ਫਾਊਂਡਰ ਹੈਗੇ ਨਰੇਸ਼ ਗੋਇਲ ਜੀ 74 ਸਾਲ ਦੇ ਆ, ਮਨੀ ਲਾਂਡਰਿੰਗ ਕੇਸ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ। ਇਹਨਾਂ ਨੇ ਬੈਂਕ ਫਰਾਡ ਕੀਤਾ 538 ਕਰੋੜ ਰੁਪਏ ਦਾ ਕੇਂਦਰਾ ਬੈਂਕ ਦੇ ਨਾਲ। ਸੂਤਰ ਦੱਸਦੇ ਵੀ ਕੱਲ ਸ਼ੁੱਕਰਵਾਰ ਦੇ ਰਾਤ ਨੂੰ ਇਹਨਾਂ ਨੂੰ ਜਿਹੜਾ ਈਡੀ ਨੇ ਪੁੱਛਗਿੱਛ ਵੀ ਕੀਤੀ ਤੇ ਫਿਰ ਹਿਰਾਸਤ 'ਚ ਲੈ ਲਿਆ ਤੇ ਹੁਣ ਸ਼ਨੀਵਾਰ ਨੂੰ ਮੁੰਬਈ ਦੀ ਜਿਹੜੀ ਸਪੈਸ਼ਲ PMLA ਅਦਾਲਤ ਹੈਗੀ ਉਹ 'ਚ ਪੇਸ਼ ਕੀਤਾ ਜਾਊਗਾ ਤੇ ਈਡੀ ਰਿਮਾਂਡ ਮੰਗੂਗੀ। ਅੰਦਰ ਕੇਂਦਰਾ ਬੈਂਕ ਦੇ 538 ਰੁਪਏ ਦੀ ਕਥਿਤ ਧੋਖਾਧੜੀ ਦੇ ਕੇਸ ਦੇ ਵਿੱਚ ਜੈਟ 에ਅਰਵੇਜ਼ ਦੇ ਗੋਇਲ, ਉਹਨਾਂ ਦੀ ਜਿਹੜੀ ਵਾਈਫ ਆ ਅਨੀਤਾ ਤੇ ਕੰਪਨੀ ਦੇ ਕੁਝ ਪੂਰਵ ਅਧਿਕਾਰੀ ਜਿਹੜੇ ਹੈਗੇ ਸੀ, ਉਹਨਾਂ ਨੇ CBI ਪਹਿਲਾਂ FIR ਕੀਤੀ ਇਹਦੇ, ਉਹਦੇ ਬੇਸ ਤੇ ਈਡੀ ਨੇ ਕੀਤੀ ਤੇ ਇਹਨਾਂ ਨੂੰ ਅਰੈਸਟ ਕਰ ਲਿਆ। ਬੈਂਕ ਦੀ ਸ਼ੇਰ ਨੇ FIR ਦਰਜ ਕਰਾਈ ਸੀ। ਉਹਨਾਂ ਦੱਸਿਆ ਵੀ ਬੈਂਕ ਨੇ ਜੈਟ 에ਅਰਵੇਜ਼ ਇੰਡੀਆ ਲਿਮਟਿਡ ਨੂੰ 848.86 ਕਰੋੜ ਰੁਪਏ ਦਾ ਕ੍ਰੈਡਿਟ ਲਿਮਟ ਤੇ ਲੋਨ ਮਨਜ਼ੂਰ ਕੀਤਾ ਸੀ ਤੇ ਜਿਹਦੇ ਵਿੱਚੋਂ 538.62 ਕਰੋੜ ਰੁਪਏ ਇਹਨਾਂ ਵਾਪਸੀ ਨਹੀਂ ਕੀਤਾ। 538 ਕਰੋੜ ਹਾਂ 538 ਵਾਪਸੀ ਕਰੋੜ ਕਿਹਾ ਵੇਖੋ ਨਹੀਂ, ਇਹ ਲੋਕਾਂ ਦੇ ਬੈਂਕਾਂ ਦੇ ਪੈਸੇ ਨਾਲ ਕੰਮ ਚਲਾਈ ਜਾਂਦੇ। ਆਮ ਬੰਦੇ ਨੂੰ ਬੈਂਕ ਨੇ ਕਦੇ 50,000 ਦੇਣਾ ਹੋਵੇ ਨਾ ਤੇ ਉਹਦੀ ਜਾਨ ਕਢਾ ਦਿੰਦੇ ਕਾਗਜ਼ ਲੈ ਕੇ ਤੇ ਇਹਨਾਂ ਲੋਕਾਂ ਦੇ ਘਰਾਂ 'ਚ ਆਪ ਜਾ ਕਹਿੰਦੇ ਵੀ ਆ ਹੁਣ ਪਤਾ ਵੀ 538 800 ਕਰੋੜ ਦਿੱਤਾ ਤੇ 2-4 ਕਰੋੜ ਸਾਡਾ ਵੀ ਮੂੰਹ ਮਿੱਠਾ ਹੋਊਗਾ। ਪਰ ਕੇ ਜੀ ਵੈਸੇ ਨਾ ਮੈਂ ਅਸਿਊਮ ਕਰ ਰਿਹਾ ਸੀ ਵੀ ਜੇ ਇੰਡੀਆ ਗਠਬੰਧਨ ਉੱਤੇ ਹੋ ਜਾਂਦਾ, ਇਲੈਕਸ਼ਨ ਆ ਗਏ, ਮੰਨ ਲਓ ਇਲੈਕਸ਼ਨ ਅਨਾਉਂਸ ਹੋ ਗਏ, ਕੋਡ ਆਫ ਕੰਡਕਟ ਲੱਗ ਗਿਆ, ਰੈਲੀਆਂ ਸ਼ੁਰੂ ਹੋ ਗਈਆਂ, ਇੱਧਰ ਪਾਸੇ ਬੈਠਣੇ ਅਰਵਿੰਦ ਕੇਜਰੀਵਾਲ ਸਾਹਿਬ, ਇੱਧਰ ਪਾਸੇ ਬੈਠਣੇ ਮਾਨ ਸਾਹਿਬ, ਨਾਲ ਬਾਜਵਾ ਸਾਹਿਬ, ਰਾਜਾ ਵੜਿੰਗ ਸਾਹਿਬ, ਭਾਰਤ ਭੂਸ਼ਣ ਆਸ਼ੂ ਸਾਹਿਬ, ਹੋਰ ਵੀ ਕਈ ਜਿਹੜੇ ਜਿਨ੍ਹਾਂ ਤੇ ਵਿਚਾਰੇ ਸਾਧੂ ਸਿੰਘ ਧਰਮਸੋਤ ਸਾਹਿਬ और ਜਿਹੜੇ ਫੜਨ ਵਾਲੇ ਵੀ ਹੋਤੇ ਤੇ ਜਿਹੜੇ ਫੜਿਆ ਵੀ ਹੋਤੇ ਤੇ क्या ये बीजेपी को हरा दो, ये भ्रष्टाचारी हैं ਤੇ ਜਿਹੜਾ ਭ੍ਰਿਸ਼ਟਾਚਾਰੀ ਨਾਲ ਭਾਇਆ ਜਿਹਨੂੰ ਤੁਸੀਂ ਫੜਿਆ। ਅਸੀਂ ਤੇ ਵਾਰ-ਵਾਰ ਕਹਿੰਦੇ ਆ ਵੀ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੇ ਵੋਟਾਂ ਨਾ ਵੇਚੋ। ਛੋਟੇ-ਛੋਟੇ ਫਾਇਦੇ ਤੁਹਾਨੂੰ ਦੇ ਕੇ ਤੁਹਾਡਾ ਭਵਿੱਖ ਜਿਹੜਾ ਉਹ ਬਰਬਾਦ ਹੋ ਰਿਹਾ ਹੈ। ਫਿਰ ਤੁਸੀਂ ਲਈ ਜਾਓ ਮੁਫਤ ਦੀਆਂ ਰਿਓੜੀਆਂ, ਫਿਰ ਨਾ ਮੰਗਿਓ ਵੀ ਸਾਨੂੰ ਚੰਗੀਆਂ ਯੂਨੀਵਰਸਿਟੀਆਂ ਚਾਹੀਦੀਆਂ, ਚੰਗੇ ਹਸਪਤਾਲ ਚਾਹੀਦੇ, ਚੰਗੇ ਸਕੂਲ ਚਾਹੀਦੇ ਜਿੱਥੇ ਤੁਹਾਡੇ ਨਿਆਣੇ ਪੜ੍ਹ ਲਿਖ ਕੇ ਕੁਝ ਬਣ ਸਕਣ। ਲੈਂਦੇ ਰਹੋ ਵੀ ਉਸੇ ਕਹਿੰਦੇ ਵੀ ਘਾਈਏ ਨੇ ਘਾਈ ਖੁੱਦਣਾ, ਲੱਗੇ ਰਹੋ ਉਸੇ ਚੱਕਰ ਦੇ ਵਿੱਚ। ਚਲੋ ਸਮਾਂ ਹੋ ਗਿਆ। ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।